सतनाम वाहिगुरु साहिब जी। कृपा करहो दीन के दाते, मेरा गुण अवगण ना विचारो कोई। माटी का क्या थोपै स्वामी, मानस की गत एही। गुर चरण लाग हम बिनवता, पूछत कह जियो पाया। कवन काज जग उपजै बिनसै, कहो मोहे समझाया। देव करो दया मोहे मार्ग लावो, जित पै बंधन टूटै। जन्म मरण दुख फेड़ करम सुख, जिय जन्म ते छूटै। तू चित आवहे तेरी माया, सिमरत नाम सगल रोग खया। अनक दुख देवे अवरा को, पहुँच न सकै जन तेरे को। पहुँच न सकै जन तेरे को। बेसुमार अथाह अगनत अतुल्य, जो बुलावो त्यो नानक दास बोले। जेता जियो पिंड सब तेरा, तू अंतरजामी पुरख भगवान। दासन दास कहे जन नानक, जेहा तू कराए तेहा हो करी वख्यान। सतनाम वाहिगुरु साहिब जी। त्रिगंत मात पिता स्नेहं, त्रिग स्नेहं प्रात बांधवः। त्रिग स्नेहं बनिता बिलास सुतः। त्रिगंत मात पिता स्नेहं, त्रिग स्नेहं प्रात बांधवः। त्रिग स्नेहं बनिता बिलास सुतः। त्रिग स्नेहं गृहार्थकः। साध संग स्नेह सत्यं सुख्यं बसंत नानकः। त्रिग स्नेहं
ਗ੍ਰਹਾਰਥ ਕਹ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾਨਿਧ ਸਤਿਗੁਰੂ ਦਇਆਨਿਧ ਠਾਕੁਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ ਤਿਨਾਂ ਦੀ ਅਪਾਰ ਮਿਹਰਾਮਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਚਰਨ ਸ਼ਰਨ ਦੇ ਵਿੱਚ ਜੁੜ ਕੇ ਸਾਨੂੰ ਸਭ ਨੂੰ ਆਪਣੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਸਿੱਖੀ ਦੀ ਨਿਰਮਲ ਕਾਰ ਕਮਾਉਣ ਦਾ ਆਪਣੀ ਅਪਾਰ ਮਿਹਰਾਮਤ ਪ੍ਰਾਪਤ ਕਰਨ ਦਾ ਮਾਣਨ ਦਾ ਮਹਾ ਅਵਸਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਬਾਣੀ 'ਚ ਬਖਸ਼ਿਸ਼ ਕਰਦੇ ਹਨ, ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਭਾਵ ਕਿ ਸਤ ਸੰਗਤ ਵਿੱਚ ਜੁੜ ਕੇ ਗੁਰੂ ਕੇ ਚਰਨ ਸ਼ਰਨ ਦੇ ਵਿੱਚ ਬੈਠ ਕੇ ਸਤਿਗੁਰੂ ਕੀ ਮਿਹਰਾਮਤ ਨੂੰ, ਗਿਆਨਮਈ ਕਿਰਪਾ ਨੂੰ, ਕਿਰਪਾ ਦ੍ਰਿਸ਼ਟੀ ਨੂੰ ਮਾਨਣਾ, ਪ੍ਰਾਪਤ ਕਰਨਾ, ਇਹ ਕੇਵਲ ਮਨੁੱਖ ਦੇ ਆਪਣੇ ਯਤਨ ਤੱਕ ਹੀ ਨਹੀਂ, ਇਹਦੇ ਲਈ ਗੁਰਪ੍ਰਸਾਦ ਦਾ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰਕਾਰ ਜਿਨ੍ਹਾਂ ਦੇ ਜੀਵਨ ਵਿੱਚ ਗੁਰਪ੍ਰਸਾਦ ਦਾ ਕੋਈ ਕਿਣਕਾ ਮਾਤਰ ਅੰਸ਼ ਵੀ ਗੁਰੂ ਕਿਰਪਾ ਸਦਕਾ ਪੈ ਜਾਂਦਾ ਹੈ, ਜਿਨ੍ਹਾਂ ਦੇ ਜੀਵਨ 'ਚ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹਨਾਂ ਦਾ ਆਜੀਵਨ ਭਰ ਗੁਰੂ ਚਰਨਾਂ ਦੇ ਨਾਲ, ਗੁਰੂ ਦਰ ਦੀ ਪ੍ਰੀਤ ਦੇ ਨਾਲ, ਗੁਰੂ ਦਰ ਦੀ ਹਾਜ਼ਰੀ ਦੇ ਨਾਲ ਪ੍ਰਵਾਨ ਚੜ੍ਹ ਜਾਂਦਾ। ਜੇ ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਵਡਭਾਗੇ ਹੋ, ਜੋ ਰੋਜ਼ਾਨਾ ਐਸਾ ਨਿਰਮਲ ਯਤਨ ਕਰਕੇ ਆਪਣੇ ਦੁਰਲੱਭ ਜਨਮ ਨੂੰ ਸਵਾਰਨ ਦਾ ਯਤਨ ਕਰਦੇ ਹੋ। ਗੁਰੂ ਕਿਰਪਾ ਸਦਕਾ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਰਿਤ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਹਿਸਕ੍ਰਿਤੀ ਬਾਣੀ ਦੇ ਆਰੰਭ ਦੇ ਵਿੱਚ ਕੱਲ੍ਹ ਵਾਲੇ ਸ਼ਲੋਕ ਵਿੱਚ, ਪਹਿਲੇ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੈਰਾਗ ਦੇ ਨੁਕਤੇ ਤੋਂ ਸਾਡੇ ਮਨ ਅੰਦਰ ਇੱਕ ਪ੍ਰਸ਼ਨ ਉਠਾਲ ਕੇ ਅਤੇ ਉਸ ਨੂੰ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਨਿਵਾਜਿਸ਼ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਗੁਰੂ ਸਾਹਿਬ ਜੀ ਦਾ ਵਾਕ ਸੀ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਵਿਨੋਦ ਸੁਤਹ। ਭਾਵ ਕਿ ਜੀਵਨ ਜਿਉਣ ਦੇ ਲਈ ਮਨੁੱਖ ਪਰਿਵਾਰ ਸੰਬੰਧੀਆਂ ਦਾ ਸਹਾਰਾ ਮੰਨਦਾ ਹੈ ਅਤੇ ਇਸ ਗੱਲ ਨੂੰ ਸਮਝਦਾ ਕਿ ਅਗਰ ਇਹ ਨਾ ਹੋਣ ਤਾਂ ਜੀਵਨ ਦੀ ਜਿਹੜੀ ਗਤੀ ਹੈ ਉਹ ਨਹੀਂ ਚੱਲ ਸਕਦੀ। ਪਰ ਗੁਰੂ ਸਾਹਿਬ ਜੀ ਨੇ ਉੱਥੇ ਦ੍ਰਿਸ਼ਟੀਕੋਣ ਇਹ ਪੇਸ਼ ਕੀਤਾ ਸੀ, ਸਾਡੇ ਸਨਮੁਖ ਬਖਸ਼ਿਸ਼ ਕੀਤਾ ਸੀ ਕਿ ਜਿੰਨਾ ਚਿਰ ਮਨੁੱਖ ਨੂੰ ਆਪਣੇ ਆਪ ਦੀ ਪ੍ਰਤੀਤ ਨਹੀਂ ਆਉਂਦੀ, ਜਿੰਨਾ ਚਿਰ ਉਹ ਆਪਣੇ ਆਪ ਦੇ ਅੰਤਮ ਸੱਚ ਬਾਰੇ ਨਹੀਂ ਜਾਣਦਾ, ਉਤਨਾ ਚਿਰ ਸੰਸਾਰ ਦੇ ਸੰਬੰਧੀਆਂ ਦੀ ਪ੍ਰਤੀਤ, ਸੰਸਾਰ ਦੇ ਸੰਬੰਧੀਆਂ ਨੂੰ ਉੱਚਤਮ ਮੰਨਣਾ ਉਹਨਾਂ ਚਿਰ ਮਨੁੱਖ ਦੇ ਲਈ ਸਾਜ਼ਗਾਰ ਨਹੀਂ ਹੈ, ਲਾਭਦਾਇਕ ਨਹੀਂ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਕੱਲ੍ਹ ਦੇ ਸ਼ਲੋਕ ਦੁਆਰਾ ਸਾਨੂੰ ਵੈਰਾਗਮਈ ਦ੍ਰਿਸ਼ਟੀਕੋਣ ਤੋਂ ਕਿ ਮਾਤਾ ਪਿਤਾ ਸਨੇਹੀਆਂ ਦੇ ਸੰਬੰਧੀਆਂ ਦੀ ਜਿਹੜੀ ਇੱਕ ਸੀਮਾ ਹੈ ਉਸ ਨੂੰ ਪਹਿਚਾਣ ਕੇ ਅਤੇ ਉਹ ਸੀਮਾ ਅਧਿਆਤਮਿਕ ਜੀਵਨ ਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਉਂਦੀ ਹੈ, ਇਸ ਗੱਲ ਨੂੰ ਜਾਣ ਕੇ ਅਤੇ ਸਤ ਸੰਗਤ ਰੂਪ ਦੇ ਵਿੱਚ ਉਹਨਾਂ ਸਾਧਕ ਜਨਾਂ ਦੀ ਸੰਗਤ ਵੱਲ ਜਾਓ ਜਿਹੜੇ ਜੀਵਨ ਨੂੰ ਉਚੇਰਾ ਚੁੱਕਣ ਦਾ
ਪ੍ਰੇਰਣਾ ਉਤਸ਼ਾਹ ਪੈਦਾ ਕਰਦੇ ਹਨ। ਅੱਜ ਦੇ ਸ਼ਲੋਕ ਵਿੱਚ ਵੀ ਗੁਰੂ ਸਾਹਿਬ ਜੀ ਵੈਰਾਗ ਦੇ ਦ੍ਰਿਸ਼ਟੀਕੋਣ ਤੋਂ ਹੀ ਸਾਨੂੰ ਸਮਝਾ ਰਹੇ ਹਨ। ਹੁਣ ਅਸੀਂ ਇੱਕ ਸ਼ਬਦ ਵਰਤਦੇ ਹਾਂ, ਮਾਇਆ। ਮਾਇਆ ਦਾ ਸਾਨੂੰ ਪਹਿਲਾ ਅਰਥ ਸਮਝ ਆਉਂਦਾ ਪੈਸਾ, ਜਿਹੜਾ ਅਸੀਂ ਆਪਣੀ ਖਰੀਦਦਾਰੀ ਦੇ ਲਈ, ਵਰਤੋਂ ਵਿਹਾਰ ਦੇ ਲਈ ਪ੍ਰਯੋਗ ਕਰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਾਇਆ ਦਾ ਸੰਕਲਪ, ਮਾਇਆ ਦੇ ਪੱਖ ਦਾ ਬੜਾ ਵੱਡਾ ਵਿਸਥਾਰ ਹੈ। ਤਾਂ ਅੱਜ ਦੇ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਮਾਇਆ ਕੇਂਦਰਿਤ ਹੀ ਉਸ ਜੀਵਨ ਦੇ ਪ੍ਰਤੀ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਜਦੋਂ ਪਰਿਵਾਰਕ ਮੋਹ, ਪਦਾਰਥਾਂ ਦੀ ਗ੍ਰਸਤਣਾ, ਵਕਾਰਾਂ ਦੀ ਖਿੱਚ ਅਤੇ ਮਨ ਦੇ ਗੁਲਾਮ ਹੋ ਕੇ ਕਦੀ ਵੀ ਸਤਸੰਗਤ ਵੱਲ ਆਪਣੇ ਮਨੁੱਖ ਜਿਹੜਾ ਕਦਮ ਨਹੀਂ ਵਧਾ ਸਕਦਾ, ਉਸ ਦੇ ਲਈ ਪਰਿਵਾਰ ਫਿਰ ਕਿਵੇਂ ਹੋ ਜਾਂਦਾ ਜਾਂ ਪਰਿਵਾਰ ਕਿਵੇਂ ਦਾ ਹੁੰਦਾ ਹੈ, ਫਿਰ ਜਾਂ ਉਸ ਦੇ ਪਰਿਵਾਰ ਨੂੰ ਗੁਰੂ ਸਾਹਿਬ ਜੀ ਕੀ ਆਖਦੇ ਹਨ, ਇਸ ਸ਼ਲੋਕ ਦਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਦਿਆਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਹ। ਸੰਸਕ੍ਰਿਤੀ ਬਾਣੀ ਦੇ ਜੇ ਉਚਾਰਨ ਪੱਖ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਮੇਰੇ ਜਾਂ ਜਿਤਨੇ ਵੀ ਉਚਾਰਨ ਕਰਤਾ ਹਨ ਜਾਂ ਗੁਰਬਾਣੀ ਦੇ ਅਧਿਐਨ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਇਸ ਬਾਣੀ ਦੇ ਉਚਾਰਨ ਨੂੰ ਕਠਿਨ ਮੰਨਦੇ ਹਨ। ਇਸ ਕਰਕੇ ਯਤਨ ਰਹੇਗਾ ਕਿ ਨਾਲ ਨਾਲ ਉਚਾਰਨ ਦੀ ਸੇਧ ਵੀ ਆਪ ਜੀ ਤੱਕ ਸਾਂਝੀ ਕੀਤੀ ਜਾਵੇ। ਸ਼ਬਦ ਹੈ ਤ੍ਰਿਗੰਤ, ਧੱਦੇ ਨੂੰ ਸਿਹਾਰੀ ਹੈ, ਪੈਰ ਚਰਾਰਾ, ਇਸ ਕਰਕੇ ਇਹਦੀ ਸਿਹਾਰੀ ਰਾਰੇ ਨੂੰ ਬੁਲਾਈ ਜਾਣੀ ਹੈ। ਤ੍ਰਿਗੰਤ, ਰਾਰੇ ਨੂੰ ਸਿਹਾਰੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਤ੍ਰਿਗੰਤ ਮਾਤ ਪਿਤਾ ਸਨੇਹੰ। ਹੁਣ ਗੁਰੂ ਸਾਹਿਬ ਜੀ ਵਾਕ ਦੇ ਸਰਲ ਅਰਥ ਨੇ ਕਿ ਮਾਤਾ ਪਿਤਾ ਦਾ ਸਨੇਹ, ਪਿਆਰ ਫਿਟਕਾਰਨਯੋਗ ਹੈ, ਭਾਵ ਕਿ ਤ੍ਰਿਗਾਕਾਰ ਹੈ। ਹੁਣ ਜਦੋਂ ਇਹ ਵਾਕ ਸੁਣਦੇ ਕਿ ਗੁਰੂ ਸਾਹਿਬ ਜੀ ਨੇ ਕਿਹਾ ਕਿ ਮਾਤਾ ਪਿਤਾ ਦਾ ਸਨੇਹ ਫਿਟਕਾਰਨਯੋਗ ਹੈ, ਤ੍ਰਿਕਾਰਯੋਗ ਹੈ, ਭਾਵ ਕਿ ਨਿੰਦਿਆ ਦੇ ਯੋਗ ਹੈ, ਤਾਂ ਇਹਦਾ ਕੋਈ ਵਿਸ਼ੇਸ਼ ਕਾਰਨ ਬਣਦਾ ਹੋਏਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀਏ ਤਾਂ ਮਾਝ ਕੀ ਵਾਰ ਦੇ ਵਿੱਚ ਇੱਕ ਆਰੰਭ ਦੇ ਵਿੱਚ ਸ਼ਲੋਕ ਆਉਂਦਾ। ਸਤਿਗੁਰੂ ਸਾਹਿਬ ਜੀ ਨੇ ਜੀਵਨ ਦੀ ਸਾਰੇ ਚਿੱਤਰ ਨੂੰ ਇੱਕ ਸ਼ਲੋਕ ਦੇ ਵਿੱਚ ਚਿੱਤਰ ਦਿੱਤਾ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪਹਿਲੇ ਪਿਆਰ ਲਗਾਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਪਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਇਸ ਪ੍ਰਕਾਰ ਸਾਰੀਆਂ ਅਵਸਥਾਵਾਂ ਦਾ ਜ਼ਿਕਰ ਕਰਦੇ ਹਨ। ਦਸਵੇਂ ਦੱਦਾ ਹੋਆ ਸੁਆਹਾ, ਗਏ ਸੇ ਗੀਤ ਪੁਕਾਰੀ ਤਾਹਾ। ਹੁਣ ਇੱਥੇ ਨੁਕਤਾ ਬਣਦਾ ਹੈ ਕਿ ਗੁਰੂ ਸਾਹਿਬ ਜੀ ਨੇ ਮਾਤਾ ਪਿਤਾ ਦੇ ਜਿਸ ਸਨੇਹ ਨੂੰ ਤ੍ਰਿਗਾਕਾਰ ਜਾਂ ਨਿੰਦਾ ਜੋ ਕਿਹਾ ਹੈ, ਉਹਦਾ ਕਾਰਨ ਕੀ ਹੋਏਗਾ। ਅਸੀਂ ਸਾਰੇ ਗੁਰਬਾਣੀ ਦੇ ਸਿਧਾਂਤ ਦੁਆਰਾ ਇਸ ਗੱਲ ਨੂੰ ਜਾਣਦੇ ਬੁੱਝਦੇ ਹਾਂ ਕਿ ਮਨੁੱਖ ਨੇ ਰੱਬੀ ਅੰਸ਼ ਹੁੰਦਿਆਂ ਹੋਇਆਂ ਕੇਵਲ ਇੱਕ ਸੀਮਾਈ ਜੀਵਨ ਨਹੀਂ ਜੀਣਾ। ਉਸ ਨੇ ਆਪਣੇ ਆਤਮ ਮਨੋਰਥ ਨੂੰ ਸਨਮੁਖ ਰੱਖ ਕੇ ਪਹਿਲਾਂ ਉਹਦੇ ਲਈ ਯਤਨ ਕਰਨਾ ਹੈ ਕਿ ਮੇਰੇ ਆਤਮਿਕ ਜੀਵਨ ਦਾ ਜਿਹੜਾ ਮਨੋਰਥ ਹੈ, ਉਹਦੇ ਲਈ ਮੈਂ ਯਤਨ ਕਰ ਰਿਹਾ। ਪਹਿਲੀ ਤਾਂ ਗੱਲ ਮਨੁੱਖ ਦੇ ਆਪਣੇ ਆਪ ਉੱਪਰ ਇਹ ਗੱਲ ਨਿਰਭਰ ਹੁੰਦੀ ਹੈ ਕਿ ਜਿਸ ਆਤਮਿਕ ਮਨੋਰਥ ਨੂੰ ਗੁਰਬਾਣੀ ਦੇ ਵਿੱਚ ਦ੍ਰਿੜਾਇਆ ਗਿਆ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਜਿਹੜੀ ਜੀਵਨ ਮੁਕਤ ਅਵਸਥਾ ਦੇ ਲਈ ਸਤਿਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਦੁਆਰਾ ਗਿਆਨ ਬਖਸ਼ਿਸ਼ ਕਰਦੇ ਹਨ, ਉਸ ਅਵਸਥਾ ਲਈ ਪਹਿਲਾਂ ਮੈਂ ਆਪ ਤਿਆਰ ਹਾਂ ਜਾਂ ਨਹੀਂ, ਪਹਿਲਾ ਨੁਕਤਾ ਇਹ ਬਣਦਾ ਹੈ। ਫਿਰ ਬਹੁਤ ਵਾਰੀ ਇਸ ਤੋਂ ਅਗਲਾ ਸਿਲਸਿਲਾ ਕੀ ਵਾਪਰਦਾ ਹੈ, ਜਦੋਂ ਮਨੁੱਖ ਆਪਣੇ ਆਤਮਿਕ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ ਤਾਂ ਦੇਖਣ ਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਜਿਹੜੀ ਬਾਧਾ ਹੈ, ਸਭ ਤੋਂ ਪਹਿਲਾਂ ਜਿਹੜੀ ਰੁਕਾਵਟ ਹੈ, ਉਹ ਪਰਿਵਾਰ ਆਦਿਕ ਦੇ ਜਿਹੜੇ ਬੰਧਨ ਹਨ ਉਹ ਬਣਦੇ ਹਨ। ਇਸ ਕਰਕੇ ਜਦੋਂ ਪਰਿਵਾਰਕ ਆਤਮਿਕ ਮਨੋਰਥ ਨੂੰ ਪ੍ਰਾਪਤ ਕਰਨ ਲੱਗਿਆਂ ਪਤੀ ਪੁੱਤਰ ਕੋਈ ਵੀ ਪਰਿਵਾਰ ਦਾ ਸੰਬੰਧੀ ਜਾਂ ਕੋਈ ਪਦਾਰਥ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਯਤਨ ਜਦੋਂ ਬੰਧਨ ਬਣਦਾ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਮਾਇਆ ਰੂਪ ਕਹਿ ਕੇ ਤ੍ਰਿਕਾਰਨ ਜੋ ਕਿਹਾ ਹੈ, ਭਾਵ ਕਿ ਇੱਕ ਦੇ ਅੰਦਰ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤੀ ਕਰਨ ਦੀ ਜਿਗਿਆਸਾ ਜਾਗੀ ਹੈ ਅਤੇ ਪਰਿਵਾਰ ਆਪਣੇ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਕਹਿੰਦਾ ਨਹੀਂ, ਇਸ ਤਰਫ ਕੁਝ ਨਹੀਂ ਰੱਖਿਆ, ਤੂੰ ਸੰਸਾਰਿਕ ਜੀਵਨ ਹੀ ਬਤੀਤ ਕਰ, ਸੰਸਾਰ ਦੇ ਵਿੱਚ ਹੀ ਸਭ ਕੁਝ ਉਚਤਮ ਪਿਆ ਹੋਇਆ ਹੈ।
ਔਰ ਇਸੇ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਤ੍ਰਿਗੰਤ ਮਾਤ ਪਿਤਾ ਸਨੇਹੰ। ਮਾਤਾ ਪਿਤਾ ਦਾ ਉਹ ਸਨੇਹ, ਉਹ ਆਪਣਤ, ਉਹ ਮੋਹ, ਉਹ ਪਿਆਰ ਦੀ ਭਾਵਨਾ ਜਾਂ ਉਹ ਵਿਵਹਾਰ ਜਿਹੜਾ ਸਾਨੂੰ ਸੱਤ ਕਰਮਾਂ ਵੱਲ ਰੁਚਿਤ ਕਰਨ ਤੋਂ ਰੋਕ ਦੇਵੇ, ਗੁਰੂ ਸਾਹਿਬ ਜੀ ਕਹਿੰਦੇ ਤ੍ਰਿਕਾਰਨ ਯੋਗ ਹੈ। ਗੁਰਬਾਣੀ 'ਚ ਅਨੇਕਾਂ ਉਪਦੇਸ਼ ਨੇ ਐਸੇ, ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਇਤਨੇ ਕਠੋਰ ਜਾਂ ਇਤਨੇ ਸਖਤ ਸ਼ਬਦ ਕਹਿਣ ਦਾ ਭਾਵ ਕੀ ਹੈ ਕਿ ਜਦੋਂ ਮਨੁੱਖ ਜਿਸ ਮਨੋਰਥ ਲਈ ਜਾਂ ਜਿਸ ਸਾਧਨਾਗਤ ਕਰਮ ਦੇ ਲਈ ਪੈਦਾ ਹੋਇਆ ਉਹ ਕਰਮ ਹੀ ਨਾ ਕਰ ਸਕਿਆ ਤਾਂ ਫਿਰ ਉਸ ਗੱਲ ਨੂੰ ਨਿੰਦਾਯੋਗ ਕਿਹਾ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਵੀ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਜੇ ਕੁਲ ਪੂਤ ਨ ਗਿਆਨ ਵਿਚਾਰੀ ਵਿਧਵਾ ਕਸ ਨ ਭਈ ਮਹਤਾਰੀ। ਮੈਂ ਕਈ ਵਾਰੀ ਦੇਖਦਾ ਕਿ ਗੁਰਸਿੱਖੀ ਦੀ ਅਸੀਂ ਸਾਰੇ ਗੱਲ ਕਰਦੇ ਹਾਂ, ਆਸਾ ਦੀ ਵਾਰ ਦੀ ਬਾਣੀ ਦਾ ਹਵਾਲਾ ਵੀ ਦਿੰਦੇ ਹਾਂ, ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਨਾਮ ਹੈ ਸਾਡਾ, ਸਿੱਖ ਅਸੀਂ ਅਖਵਾਉਂਦੇ ਹਾਂ, ਤਾਂ ਸਾਨੂੰ ਕੇਵਲ ਗੁਰੂ ਸਾਹਿਬ ਜੀ ਨੇ ਦੋ ਹੀ ਆਧਾਰ ਦਿੱਤੇ ਨੇ ਜ਼ਿੰਦਗੀ ਜਿਉਣ ਦੇ, ਸੇਵਾ ਅਤੇ ਸਿਮਰਨ। ਸਿਮਰਨ ਦੇ ਵਿੱਚ ਵੀ ਸਾਰੇ ਪੱਖ ਆ ਜਾਂਦੇ ਨੇ, ਸੇਵਾ ਦੇ ਵਿੱਚ ਵੀ ਸਾਰੇ ਪੱਖ ਆ ਜਾਂਦੇ ਨੇ। ਔਰ ਤਰਾਸਦੀ ਇੱਥੇ ਜਾ ਕੇ ਬਣਦੀ ਹੈ ਕਿ ਆਜੀਵਨ ਭਰ ਜ਼ਿੰਦਗੀ ਬੀਤ ਜਾਂਦੀ ਹੈ ਸ਼ਬਦ ਦੀ ਵਿਚਾਰ ਸੁਣਨ ਦਾ, ਸ਼ਬਦ ਦੀ ਵਿਚਾਰ ਕਰਨ ਦਾ, ਅਤੇ ਸ਼ਬਦ ਦੀ ਵਿਚਾਰ ਨੂੰ ਕਰਮ 'ਚ ਪਲਟਣ ਦਾ ਹੁਨਰ ਬਹੁਤ ਵਿਰਲਿਆਂ ਦੇ ਕੋਲ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ। ਮਾਤਾ ਪਿਤਾ ਦਾ ਉਹ ਸਨੇਹ ਤ੍ਰਿਕਾਰਨ ਦੇ ਯੋਗ ਹੈ ਜਿਹੜਾ ਸਤ ਸੰਗਤ ਦੇ ਰੁਚਿਤ ਕਰਮਾਂ ਵੱਲ ਜਾਣ ਤੋਂ ਰੋਕ ਦੇਵੇ। ਇਹ ਅਧਿਆਤਮਿਕ ਪੱਖ ਦੀ, ਸੰਸਾਰਿਕ ਪੱਖ ਦੀ ਵੀ ਜੇ ਗੱਲ ਕਰ ਲਈ ਜਾਵੇ ਤਾਂ ਇਸੇ ਪ੍ਰਕਾਰ ਜਿਵੇਂ ਆਮ ਕਈ ਵਾਰੀ ਘਰਾਂ ਦੇ ਵਿੱਚ ਪਿਤਾ ਜਿਹੜੇ ਨੇ ਅਕਸਰ ਜ਼ਿਕਰ ਕਰਦੇ ਨੇ ਕਿ ਤੁਹਾਡੇ ਜ਼ਿਆਦਾ ਲਾਡ ਨੇ ਵਿਗਾੜ ਦਿੱਤਾ, ਤੁਹਾਡੀ ਜ਼ਿਆਦਾ ਸਨੇਹ ਨੇ ਇਹਨੂੰ ਮਾੜੀ ਮੋਟੀ ਮਿਹਨਤ ਕਰਨ ਤੋਂ ਵੀ ਨਿਕੰਮਾ ਕਰ ਦਿੱਤਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪਰਿਵਾਰ ਦੀ ਸਨੇਹ ਦੀ ਭਾਵਨਾ, ਪਰਿਵਾਰ ਦੇ ਸਹਿਯੋਗ ਦੀ ਭਾਵਨਾ ਜੇ ਤੁਹਾਨੂੰ ਸਤਸੰਗੀ ਕਰਮ ਕਰਨ ਵੱਲੋਂ ਰੋਕਦੀ ਹੈ ਜਾਂ ਉਹਦੇ ਵਿੱਚ ਵਾਧਾ ਬਣਦੀ ਹੈ ਮਾਇਆ ਰੂਪ ਹੋ ਕੇ, ਤੇ ਇਹ ਵੀ ਤ੍ਰਿਕਾਰਯੋਗ ਹੈ। ਇਹਦਾ ਮਤਲਬ ਗੁਰੂ ਸਾਹਿਬ ਜੀ ਨੇ ਉਦੋਂ ਹੀ ਮਾਤਾ ਪਿਤਾ ਦੇ ਸਨੇਹ ਨੂੰ ਤ੍ਰਿਕਾਰ ਕਿਹਾ ਹੈ ਜਦੋਂ ਉਹ ਆਪਣੀ ਔਲਾਦ ਜਾਂ ਆਪਣੇ ਸੰਬੰਧੀਆਂ ਨੂੰ ਸਤਸੰਗਤ ਕਰਮ ਕਰਨ ਵੱਲੋਂ ਰੁਚਿਤ ਕਰ ਦਿੱਤਾ ਹੈ। ਔਰ ਦੂਜੀ ਗੱਲ, ਵੈਸੇ ਵੀ ਸੰਸਾਰ ਦੀ ਦ੍ਰਿਸ਼ਟੀਕੋਣ ਜਿੰਨਾ ਕੁ ਮੈਨੂੰ ਸਮਝ ਆਉਂਦਾ ਹੈ ਉਹਦੇ ਅਨੁਸਾਰ ਜਦੋਂ ਵੀ ਕਿਸੇ ਕੁਲ ਦੇ ਵਿੱਚ ਕੋਈ ਬੰਦਗੀ ਵਾਲੀ ਰੂਹ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਬੰਦਗੀ ਵਾਲੇ ਸੁਭਾਅ ਨੂੰ, ਬੰਦਗੀ ਵਾਲੀ ਕਮਾਈ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ, ਪਰਿਵਾਰ ਕਦੀ ਵੀ ਸਹਿਮਤ ਨਹੀਂ ਹੋਇਆ। ਦੁਨੀਆ ਭਰ ਦੇ ਕਿਸੇ ਵੀ ਵਿਸ਼ੇ ਦੇ ਵਿਦਵਾਨ, ਕਿਸੇ ਵੀ ਵਿਸ਼ੇ ਦੇ ਤੁਸੀਂ ਵੱਡੇ ਬੰਦਿਆਂ ਦਾ ਜੀਵਨ ਪੜ੍ਹ ਲਓ, ਉਹਨਾਂ ਦਾ ਪਰਿਵਾਰ ਕਦੀ ਉਹਨਾਂ ਤੋਂ ਸੰਤੁਸ਼ਟ ਨਹੀਂ ਹੋਇਆ। ਜੇ ਵੱਡੇ ਦੁਨੀਆ ਦੇ ਸੰਗੀਤਕਾਰਾਂ ਦੀ ਗੱਲ ਕਰ ਲਓ, ਪਰਿਵਾਰ ਨੇ ਕਿਹਾ ਇਹ ਕਿਹੜਾ ਕੰਮ ਹੈ ਗਾਉਣ ਵਜਾਉਣ ਦਾ, ਸਾਡੇ ਅਨੁਸਾਰ ਕਾਰੋਬਾਰੀ ਸੰਸਾਰਿਕ ਧੰਦਾ ਕਰੋ। ਜੇ ਕਿਤੇ ਭਗਤੀ ਵਾਲਾ ਕੋਈ ਮਨੁੱਖ ਜਾਗਿਆ, ਉਹਨੇ ਕਿਸੇ ਧਰਮ ਦੀ ਸ਼ਰਨ ਲੈ ਕੇ ਸਾਧਨਾ ਕਰਨੀ ਚਾਹੀ, ਉਹਨਾਂ ਨੇ ਕਿਹਾ ਇਹ ਕੰਮ ਵਿਹਲੜਾਂ ਦਾ ਹੈ। ਇਸੇ ਪ੍ਰਕਾਰ ਇੱਕ ਨਹੀਂ ਹਜ਼ਾਰਾਂ ਪ੍ਰਮਾਣ ਆਪ ਜੀ ਨੂੰ ਦੁਨੀਆ ਦੇ ਵਿੱਚ ਮਿਲ ਜਾਣਗੇ। ਹੁਣ ਇਹਦਾ ਕਾਰਨ ਕੀ ਹੈ? ਦਰਅਸਲ ਸੰਸਾਰ ਪਦਾਰਥ ਦੇ ਤਲ 'ਤੇ ਜਿਉਂਦਾ ਹੈ, ਪਦਾਰਥ ਨੂੰ ਹੀ ਉੱਚਤਮ ਮੰਨਦਾ ਹੈ। ਉਦਾਹਰਨ ਦੇ ਤੌਰ 'ਤੇ ਪਦਾਰਥ ਦਾ ਭਾਵ ਕੀ ਹੈ? ਅਸੀਂ 40-45 ਮਿੰਟ ਬੈਠਾਂਗੇ ਇੱਥੇ, ਜੇ ਤੇ ਗੁਰੂ ਕੀ ਸ਼ਬਦ ਦੇ ਗਿਆਨ ਦੇ ਨੁਕਤੇ ਤੋਂ ਇਸ 45 ਮਿੰਟ ਦੇ ਮਾਹੌਲ ਨੂੰ ਮਹਿਸੂਸ ਕਰਾਂਗੇ, ਫਿਰ ਤਾਂ ਹੋ ਸਕਦਾ 45 ਮਿੰਟ ਬਾਅਦ ਇਹ ਕਹੀਏ ਕਿ ਅੱਜ ਕੋਈ ਗੋਹਜ ਗੱਲ ਸਮਝ ਵਿੱਚ ਆਈ ਹੈ, ਜਾਂ ਅੱਜ ਕੁਝ ਬੁੱਧੀ ਦੇ ਉੱਪਰ ਪਏ ਹੋਏ ਅਗਿਆਨ ਦਾ ਘੱਟਾ ਝੜਿਆ ਹੈ ਅਤੇ ਕੁਝ ਮਤ ਸੁਰਤ ਨਿਰਮਲ ਹੋਈ ਹੈ। ਜੇ ਤੇ ਗਿਆਨ ਦੇ ਨੁਕਤੇ ਤੋਂ ਇਸ ਸਮੇਂ ਦੇ ਵਿੱਚ ਬੈਠਾਂਗੇ, ਜੇ ਕੇਵਲ ਲੋਕਾਚਾਰੀ ਦੇ ਸਮੇਂ ਤੋਂ ਬੈਠਾਂਗੇ ਤਾਂ ਇੰਨਾ ਕਹਾਂਗੇ ਕਿ ਸਵੇਰ ਦਾ ਸਮਾਂ ਥੋੜ੍ਹਾ ਠੀਕ ਬਤੀਤ ਹੋ ਗਿਆ, ਅਤੇ ਜਿਹੜਾ ਬਿਲਕੁਲ ਸੰਸਾਰੀ ਹੈ ਉਹ ਕਹੇਗਾ ਇਹ ਤਾਂ ਆਪਣੀ ਮਜਲਿਸ ਲਾ ਕੇ ਬੈਠੇ ਨੇ, ਇਸ ਤੋਂ ਵੱਧ ਕੋਈ ਅਰਥ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਹੁਣ ਪਦਾਰਥ ਦੇ ਤਲ 'ਤੇ, ਔਰ ਦ੍ਰਿਸ਼ਟੀਕੋਣ ਐਸਾ ਹੈ ਕਿ ਸੰਸਾਰ ਹਮੇਸ਼ਾ ਤੁਹਾਡੇ ਤੋਂ ਪਦਾਰਥ ਹੀ ਚਾਹੁੰਦਾ ਹੈ, ਕਦੇ ਤੁਹਾਡੇ ਤੋਂ ਗਿਆਨਮਈ ਪ੍ਰਤਿਭਾ ਜਾਂ ਬੰਦਗੀ ਦਾ ਧਨ ਜਾਂ ਪਰਉਪਕਾਰਤਾ ਦਾ ਕੋਈ ਸੁਭਾਅ ਦੇ ਨਾਲ ਕੀਤੀ ਹੋਈ ਕਮਾਈ ਕਦੀ ਸੰਸਾਰ ਤੁਹਾਡੇ ਤੋਂ ਨਹੀਂ ਚਾਹੇਗਾ। ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਇੱਕ ਵਾਕ ਫਰਮਾਉਂਦੇ ਨੇ, ਉਹ ਵਾਕ ਇਸ ਸ਼ਲੋਕ ਦੇ ਨਾਲ ਬਾਖੂਬੀ ਜੁੜਦਾ ਹੈ। ਭਗਤਾ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ।
ਭਗਤ ਆਪਣੇ ਆਤਮਿਕ ਜੀਵਨ ਦੇ ਮਨੋਰਥ ਨੂੰ ਰੱਖ ਕੇ ਸਮਝ ਲੈਂਦਾ ਕਿ ਇਸ ਤੋਂ ਜ਼ਰੂਰੀ ਕੰਮ ਕੋਈ ਨਹੀਂ ਹੈ, ਅਤੇ ਸੰਸਾਰੀ ਸਮਝ ਲੈਂਦਾ ਕਿ ਸੰਸਾਰ ਦੇ ਤਲ 'ਤੇ ਪ੍ਰਤਿਭਾਵਾਨ, ਧਨਵਾਨ ਹੋਣਾ, ਇੱਜ਼ਤਵਾਨ ਹੋਣਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈ। ਹੁਣ ਇਹਨਾਂ ਦੋਵਾਂ ਦੇ ਦ੍ਰਿਸ਼ਟੀਕੋਣਾਂ ਦੇ ਵਿੱਚ ਇੱਕ ਦਵੰਦ ਹੈ। ਹੁਣ ਦਵੰਦ ਦਾ ਮਤਲਬ ਕੀ ਹੈ? ਹੁਣ ਇਸ ਨੂੰ ਗੱਲ ਨੂੰ ਵਾਚੀਏ ਕਿ ਆਪਣੇ ਆਤਮਿਕ ਮਨੋਰਥ ਲਈ ਜਿਉਣਾ ਹੀ ਚੰਗਾ ਹੈ ਜਾਂ ਪਰਿਵਾਰ ਦੀਆਂ ਲੋੜਾਂ ਦੇ ਅਨੁਸਾਰ ਜਿਉਣਾ ਹੀ ਚੰਗਾ ਹੈ। ਜਦੋਂ ਇਸ ਗੱਲ ਨੂੰ ਸਮਝਾਂਗੇ ਤਾਂ ਫਿਰ ਸਾਨੂੰ ਸਮਝ ਆਏਗਾ ਕਿ ਇੱਕ ਜਿਹਨੂੰ ਅਸੀਂ ਸੰਤ ਜਾਂ ਸਾਧ ਆਖਦੇ ਹਾਂ, ਕਿਸੇ ਸਮੇਂ ਉਹਨੇ ਪਰਉਪਕਾਰ ਕਰਕੇ ਜਾਂ ਤਿਆਗ ਕਰਕੇ, ਆਪਣੇ ਪਰਿਵਾਰ ਦਾ ਤਿਆਗ ਕਰਕੇ ਉਹ ਆਪਣੀ ਭਾਲ ਦੇ ਲਈ ਨਿਕਲਿਆ। ਪਰ ਜਦੋਂ ਆਪਣੀ ਭਾਲ ਦੇ ਲਈ ਨਿਕਲਿਆ, ਜਦੋਂ ਉਹਨੂੰ ਰੱਬੀ ਗਿਆਨ ਦੀ ਕਿਰਪਾ ਦੀ ਬਖਸ਼ਿਸ਼ ਹੋਈ, ਫਿਰ ਉਹ ਇਕੱਲਾ ਨਹੀਂ ਰਹਿ ਗਿਆ। ਫਿਰ ਉਹਦੇ ਗਿਆਨ ਨੇ, ਉਹਦੀ ਕਿਰਪਾ ਨੇ, ਉਹਦੇ ਪਰਉਪਕਾਰੀ ਸੁਭਾਅ ਨੇ ਸਾਰੇ ਸੰਸਾਰ ਦਾ ਉਧਾਰ ਕੀਤਾ ਹੈ। ਜਿਤਨੇ ਆਪ ਜੀ ਦੁਨੀਆ ਦੇ ਧਾਰਮਿਕ ਰਹਿਬਰਾਂ ਦਾ ਜੀਵਨ ਪੜ੍ਹੋ, ਉਹ ਸਾਰਿਆਂ ਦਾ ਜਿਹੜਾ ਜੀਵਨ ਹੈ ਉਹ ਪਰਿਵਾਰ ਤੋਂ, ਪਦਾਰਥ ਤੋਂ ਬਹੁਤ ਉੱਚਾ ਉੱਠਿਆ ਹੋਇਆ ਹੈ। ਜਿੰਨਾ ਚਿਰ ਮਨੁੱਖ ਆਪਣੇ ਪਦਾਰਥ ਦੀ, ਪਰਿਵਾਰ ਦੀ ਸੀਮਾ ਤੋਂ ਉੱਪਰ ਨਹੀਂ ਉੱਠਦਾ, ਉਹਨਾਂ ਚਿਰ ਮਨੁੱਖ ਭਗਤੀ ਕਰਮ ਵੱਲ ਰੁਚਿਤ ਨਹੀਂ ਹੋ ਸਕਦਾ। ਔਰ ਇਹ ਕੋਈ ਗੱਲ ਅਸੰਭਵ ਜਾਂ ਅਤਕਥਨੀ ਨਹੀਂ ਹੈ। ਅੱਜ ਵੀ ਤੁਹਾਨੂੰ ਅਨੇਕਾਂ ਪ੍ਰਮਾਣ ਮਿਲ ਜਾਣਗੇ, ਔਰ ਮੈਂ ਤਾਂ ਬਾਕਾਇਦਾ ਦੇਖੇ ਹੋਏ ਨੇ। ਬਹੁਤ ਵਾਰੀ ਹਵਾਲਾ ਦਿੱਤਾ ਜਾਂਦਾ ਹੈ ਕਿ ਪਰਿਵਾਰ ਸਹਿਮਤ ਨਹੀਂ। ਮੈਨੂੰ ਯਾਦ ਹੈ, ਮੇਰਾ ਕੋਈ ਨਿਕਟਵਰਤੀ ਸੀ, ਤਾਂ ਉਹਦੇ ਮਨ 'ਚ ਗੁਰਬਾਣੀ ਪੜ੍ਹਨ ਦਾ ਬਹੁਤ ਜ਼ਿਆਦਾ ਚਾਅ ਸੀ ਕਿ ਉਹ ਚਾਹੁੰਦਾ ਸੀ ਕਿ ਗੁਰਬਾਣੀ ਦੀ ਸੰਥਿਆ ਮੈਂ ਗ੍ਰਹਿਣ ਕਰ ਲਵਾਂ। ਤਾਂ 15 ਕੁ ਦਿਨ ਦਾ ਸਮਾਂ ਹੀ ਉਹ ਮੇਰੇ ਨਿਕਟ ਰਹਿ ਕੇ ਬਤੀਤ ਕਰ ਸਕਿਆ। ਅਜੇ ਉਹਦਾ ਪਰਿਵਾਰ ਚੰਗਾ ਧਨਵਾਨ ਸੀ, ਪੂਰੇ ਸੰਪੰਨ ਸਨ ਉਹਦੇ ਸਾਧਨ ਜਿਤਨੇ ਜਿਉਣ ਦੇ, ਇਕਲੌਤਾ ਵਾਰਸ ਸੀ ਕੁੱਲ ਜਾਇਦਾਦ ਦਾ। ਤਾਂ ਵੀ ਮਾਤਾ ਪਿਤਾ ਨੇ ਕਹਿ ਦਿੱਤਾ, ਅਸੀਂ ਤੈਨੂੰ ਇਹ ਕਰਮ ਕਰਨ ਦੀ ਆਗਿਆ ਨਹੀਂ ਦੇ ਸਕਦੇ, ਬੇਸ਼ੱਕ ਤੂੰ ਹੋਰ ਜਿਹੜਾ ਮਰਜ਼ੀ ਕਰਮ ਕਰ ਲਾ। ਇਸ ਕਰਕੇ ਅੱਜ ਇਹ ਵਾਧਾ ਬਣਦੀ ਹੈ, ਇਹ ਦੇਖਣਾ ਬਣਦਾ ਹੈ। ਜੇ ਅੱਜ ਧਰਮ ਨਹੀਂ ਪੈਦਾ ਹੋ ਰਿਹਾ ਤਾਂ ਦੇਖਣਾ ਪਏਗਾ ਕਿ ਜਦੋਂ ਧਰਮ ਦੇ ਸੁਭਾਅ ਵਾਲਾ ਬੱਚਾ ਆਪਣੀ ਪਹਿਲਾ ਜਗਿਆਸਾ ਪ੍ਰਗਟ ਕਰਦਾ ਹੈ, ਉਦੋਂ ਅਸੀਂ ਉਸ ਨੂੰ ਕਿੰਨਾ ਉਤਸ਼ਾਹਿਤ ਕਰਦੇ ਹਾਂ। ਮੈਂ ਪੱਛਮੀ ਸੁਸਾਇਟੀ ਦੇ ਥੋੜ੍ਹੇ ਪੈਟਰਨ ਕਈ ਵਾਰੀ ਵਾਚਦਾ ਰਹਿੰਦਾ, ਤਾਂ ਭਾਵੇਂ ਕਿ ਉਹ ਲੋਕ ਸਾਡੇ ਵਾਂਗ ਅਧਿਆਤਮਿਕ ਤੌਰ 'ਤੇ ਉਨੇ ਸਜਗ ਨਹੀਂ ਨੇ, ਪਰ ਉਹ ਕੁਦਰਤ ਰੂਪ ਦੇ ਵਿੱਚ ਜਿਹੜੀ ਬਖਸ਼ਿਸ਼ ਉਤਰਦੀ ਹੈ ਉਹਨੂੰ ਜ਼ਿਆਦਾ ਵਧੀਆ ਮਾਣਦੇ ਨੇ। ਇਸ ਕਰਕੇ ਪੱਛਮੀ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਸੈਂਟਰ ਬਣੇ ਨੇ ਜਿੱਥੇ 10-12 ਸਾਲ ਦੇ ਬੱਚੇ ਦੀ ਪ੍ਰਤਿਭਾ ਨੂੰ ਪਛਾਣਿਆ ਜਾਂਦਾ ਹੈ ਕਿ ਇਹਨੂੰ ਕੁਦਰਤੀ ਅਕਾਲ ਪੁਰਖ ਵੱਲੋਂ ਕਿਹੜੀ ਪ੍ਰਤਿਭਾ ਮਿਲੀ ਹੋਈ ਹੈ, ਉਹਨੂੰ ਹੀ ਅੱਗੇ ਵਧਾਈਏ। ਜੇ ਉਹਨੂੰ ਰੋਕ ਦਿੱਤਾ ਅਤੇ ਜੇ ਕੋਈ ਹੋਰ ਪ੍ਰਤਿਭਾ ਵਿਕਸਿਤ ਕਰੇਗਾ ਅਤੇ ਉਹਦੇ ਨਾਲ ਨਾ ਇਹਨੂੰ ਆਪਣੇ ਜੀਵਨ ਦਾ ਰਸ ਆਉਣਾ ਹੈ, ਅਤੇ ਜਿਹੜੀ ਇਹ ਸਾਧਨਾ ਕਰੇਗਾ ਉਹਦੇ ਨਾਲ ਜਗਤ ਦਾ ਵੀ ਕੋਈ ਕਲਿਆਣ ਜਾਂ ਭਲਾ ਨਹੀਂ ਹੋਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਤ੍ਰਿਗੰਤ ਮਾਤ ਪਿਤਾ ਸਨੇਹ, ਮਾਤਾ ਪਿਤਾ ਦਾ ਸਾਰਾ ਉਹ ਸਨੇਹ, ਉਹ ਆਪਣਤ ਤ੍ਰਿਕਾਰਨ ਯੋਗ ਹੈ। ਜਿਹੜਾ ਸਤ ਸੰਗਤ ਦੇ ਕਰਮ ਵੱਲ ਰੁਚਿਤ ਨਹੀਂ ਹੁੰਦਾ, ਹੁਣ ਇਹਦੇ ਪ੍ਰਮਾਣ ਰੱਖੇ ਜਾਣ ਆਪ ਦੇ ਸਨਮੁਖ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੇਰੇ ਪਰਿਵਾਰ ਨੂੰ ਵੀ ਮੇਰੇ ਤੋਂ ਇਹੀ ਅਪੇਕਸ਼ਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਸੁਨੋ ਦਿਰਾਨੀ ਸੁਨੋ ਜਠਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੀ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਜੀ ਕਹਿੰਦੇ ਨੇ ਕਿ ਸੂਤ ਕੱਤਣ ਦੇ, ਕੱਪੜਾ ਬਣਾਉਣ ਦੇ ਕੰਮ 'ਤੇ ਲਗਾਇਆ, 10-12 ਸੂਤਾਂ ਦਾ ਕੱਪੜਾ ਕੱਤ ਕੇ ਰੱਖਿਆ ਸੀ ਕਿ ਸ਼ਾਮ ਨੂੰ ਪਾਲ ਕੇ ਆਪਣੀਆਂ ਪਰਿਵਾਰਕ ਲੋੜਾਂ ਦੀ ਜਾਂ ਕਿਸੇ ਤਰ੍ਹਾਂ ਦੀ ਵਿਪਦਾ ਵੇਲੇ ਧਨ ਇਕੱਠਾ ਕਰਕੇ ਉਸ ਨੂੰ ਪੂਰਿਆਂ ਕਰ ਲਿਆ ਜਾਏਗਾ। ਇਹਦੇ ਅੰਦਰ ਸੰਤਾਂ ਦੀ ਸੇਵਾ ਦਾ ਚਾਅ ਪੈਦਾ ਹੋ ਗਿਆ, ਭਾਵ ਕਿ ਭਗਤ ਕਬੀਰ ਸਾਹਿਬ ਜੀ ਦੇ ਅੰਦਰ ਸਾਰਾ ਸੂਤ ਕੱਤਿਆ ਹੋਇਆ ਵੇਚ ਕੇ ਉਹਨਾਂ ਦੀ ਸੇਵਾ ਵਿੱਚ ਲਗਾਏ ਨੇ। ਇਹ ਮੁੰਡਿਆ ਕਿਉਂ ਨਾ ਮੋਇਓ, ਐਸੇ ਸ਼ਬਦ ਗੁਰਬਾਣੀ ਚਾਹੁੰਦੇ ਨੇ। ਇਸੇ ਪ੍ਰਕਾਰ ਜਦੋਂ ਭਗਤ ਨਾਮਦੇਵ ਜੀ ਜਦੋਂ ਸੁਲਤਾਨ ਦੇ ਸਾਹਮਣੇ ਪਕੜੇ ਗਏ ਲੋਧੀ ਦੇ, ਤਾਂ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਮੁਖ ਤੋਂ ਅੱਲਾ ਕਹਿ। ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ, ਮੈਂ ਨਹੀਂ ਕਹਿ ਸਕਦਾ। ਤਾਂ ਉਹਨਾਂ ਦੀ ਮਾਤਾ ਨਿਕਟ ਆਈ। ਮਾਤਾ ਕਹਿਣ ਲੱਗੀ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ, ਬੇਟਾ ਕਹਿ ਦੇ ਅੱਲਾ ਇੱਕ ਵਾਰੀ, ਕੀ ਹੋ ਚੱਲਿਆ। ਅੱਗੇ ਵੀ ਤਾਂ ਮੈਂ ਦੇਖਿਆ ਕਈ ਵਾਰੀ ਤੂੰ ਜਦੋਂ ਰੱਬ ਰੱਬ ਕਰਦਾ ਤੇਰੇ ਮੂੰਹ ਤੋਂ ਅੱਲਾ ਵੀ ਨਿਕਲਦਾ, ਰਾਮ ਵੀ ਨਿਕਲਦਾ। ਅੱਜ ਇਸ ਰਾਜੇ 'ਤੇ ਕਹਿਣ ਦੇ ਤੈਨੂੰ ਕੀ ਹਾਨੀ ਹੈ, ਕਹਿ ਦੇ ਤੂੰ, ਇਸੇ ਪ੍ਰਕਾਰ ਤੇਰੀ ਜਾਨ ਬਚ ਜਾਵੇਗੀ। ਅਤੇ ਭਗਤ ਨਾਮਦੇਵ ਜੀ ਨੇ ਸਪਸ਼ਟ ਕਹਿ ਦਿੱਤਾ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ।
कि जिहड़ी मैनू इस भगत नामदेव जी ने फिर उत्थे कहा अपनी माता नूं कि ठीक है मैं पहलां भी अल्लाह अल्लाह कहना राम राम आखदा हाँ, पर अज मैनू किसी दे हंकार तहत कहा जा रहा है, जिहड़ी मेरे अल्लाह कहण दे विच रमज है वो इस सुल्तान दे कहण विच नहीं, इहदे विच हंकार दा दाबा है ते भगत दा स्वैमाणी गल प्रवान नहीं करदा। ते भगत नामदेव जी ने कहते ना हो तेरा पुंगड़ा ना तू मेरी माए। इसे तरह का प्रमाण भगत प्रहलाद जी का है। भगत प्रहलाद नूं उहदे पिता हरनाकश नूं जद काफ़ी वर प्राप्त हो गए तो उन्हें कह दिता कि सारे मेरा ही नाम जपण, जले हरनाकश थले हरनाकश करके। ते संडा मरका जिहड़े प्रहलाद के अध्यापक सन, जदों प्रहलाद नूं पढ़ा के बाद कहण के अपना सबक याद करो, तो भगत प्रहलाद अपनी फटिया ते लिखिया होया राम नाम का जाप करन ते अपने संगियां नूं भी यही कर्म दृढ़ कराउण। जदों संडा मरका ने देखिया कि इन्हां दी पट्टियां दे उपर हरनाकश दी बजाए राम लिखिया होया है ते ये उहदा जाप करदे ने, उहदी सिफत सलाह करदे ने, गीत गाउंदे ने, उन्हें जाके हरनाकश नूं शिकायत कीती, संडा मरकै की पुकार सभे दैत रहे चख मार, कि ये साडा क्या नहीं मनते, प्रहलाद विगड़िया सब चाटड़े विगाड़े, कि उन्हें होर विद्यार्थी भी विगाड़ दिते हैं। तो हरनाकश ने की किया कि मेरी बजाए संसार दा मेरी उस्तति करन दी बजाए राम नाम की स्तुति करदा है, इसनूं पहाड़ तो सुट के हेठां सुट के खत्म कर दिओ। बड़े यतन किते पानी विच रोड़न दा, पहाड़न तो सुट्टण दा, अखीर यतन बचिया कि अपनी भैन होलका द्वारा जिन्हों ये वार सी कि अग विच नहीं जल सकती, उसनूं क्या कि इसनूं विच लैके बैठ जाओ। जिहड़ी चादर नूं लैके प्रहलाद नूं बैठी, वो भगत वो चादर प्रहलाद उपर पै गई, तो इस प्रकार होलका जल सड़ के राख हो गई। तो हुण ये तीन प्रमाण आप जी के सन्मुख सांझे कीते ने। जदों परिवार वाधा बनिया सतसंगत दे रुचित कर्म करन दे वल, तां गुरु साहब जी कहंदे त्रिगंत मात पिता स्नेहं, भगत कबीर साहब जी का वाक है। भगत कबीर साहब जी श्लोकां दे विच आखदे हन, कबीर सोई कुल भली जा कुल हर को दास, जे कुल दास न उपजै सो कुल ढाक पलास। जिस कुल दे विच बंदगी करन वाला, कोई परोपकारी सुभाव वाला, धर्म की साधना करन वाला, बंदगी दे विच रत्या होया रहन वाला पैदा नहीं होया, भगत कबीर साहब जी कहते उस खानदान का उस कुल का नाश समाप्त होना ही जायज़ है। हुण मनुख कहेगा कि इसदा मतलब जिहड़े बंदगी नहीं करते वो सारे ही मतलब खत्म हो जाने चाहिए ने। इहदा एक नुकता होर भी है कि बंदगी के अधूरे रूपां नूं संसार प्रवान कर लैंदा है, उहदे जिहड़े समर्पण वाले रूप ने उन्हां नूं प्रवान नहीं करदा। उदाहरण दे तौर थोड़ा बहुता समा तुसीं सतसंगत विच बतीत कर लो, प्रवान है, पर जे पूरा अपना यतन इस पासे वल लगा दो, इस संसार ये प्रवान नहीं करता। तो गुरु साहब जी कहते जिहड़ा परिवार माया बन रहा सत कर्मां दे विच, इन्हां दा सारियां दा जिहड़ा स्नेह है त्रिघारन दे जोग है, त्रिग स्नेहं भरात बांधवह। तो इस प्रकार कहते त्रिग स्नेह उन्हां भरावां दा भी साथ, रिश्तेदारां दा भी साथ त्रिगाकार है ਜਿਹੜੇ इस सतकर्म रुचित करन दे वल जाणदे हन। मैं एक बारी हैरान होया, किसी अपने जीवन का हिंदू मत का कोई निसाब मेरा निकटवर्ती सी, उन्हें सिख पंथ तो प्रभावित होके काफ़ी समा सतसंगत करके अपने परिवार की सहमति दे नाल उस सारे ने अमृत पान करके ते गुरसिख सज गए। सारे परिवार ने मतलब प्रेरित होके रोज़ाना सतसंगत करके गुरु की कृपा हुई। तो 2-3 साल बाद जब संपर्क होया तो मैं बड़ा खुश, मैं उसनूं मुबारकबाद दिती। वो थोड़ा निराश नज़र आया। मैं क्या की गल हो गई, निराश है? कहण लगा जदों दा असीं गुरसिੱਖੀ की मुख्य धारा विच आए हैं, सारे रिश्तेदारां ने साडा बाईकाट कर दिता है। वो सानूं प्रवान नहीं करते, साडा आउणा जाना मिल वरतन सब बंद है। इस करके थोड़ी जी उदासी मेरे मन विच है। हुण इस गल नूं जदों गौर नाल वाचीए कि संसार तुहानूं अपने दृष्टिकोणों तो प्रवान करता है, अपने दृष्टिकोणों मुताबिक। तो इस प्रकार गुरु साहब जी कहते त्रिग स्नेहं भरात बांधवहे, ਉਹ स्नेहियां ਦਾ मोह ਜਿਹੜਾ ਸਾਨੂੰ सत कर्म ਵੱਲੋਂ रोकदा है, ये भी त्रिगाकार है। त्रिग स्नेह बनता
ਬਿਲਾਸ ਸੁਤਹ। ਤਾਂ ਗੁਰੂ ਸਾਹਿਬ ਜੀ ਅੱਗੇ ਦੂਸਰੇ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ, ਤ੍ਰਿਗ ਸਨੇਹ ਬਨਤਾ। ਇਸਤਰੀ ਦਾ ਮੋਹ, ਇਸਤਰੀ ਦੀ ਜਿਹੜੀ ਸਾਰੇ ਪ੍ਰਕਾਰ ਦੀ ਫਿਕਰ ਚਿੰਤਾ ਆਦਿ ਕਰੀ ਜਾਣੀ ਹੈ, ਜਾਂ ਉਹਦੇ ਅਨੁਸਾਰ ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਮੋਹ ਤ੍ਰਿਗ ਸਨੇਹਾ ਭਾਵ ਹੈ। ਇੱਕ ਪ੍ਰੇਰਣਾਤਮਕ ਗਾਥਾ ਮਿਲਦੀ ਹੈ। ਕਹਿੰਦੇ ਕਿ ਕੋਈ ਬਜ਼ੁਰਗ ਸਾਰੀ ਜ਼ਿੰਦਗੀ ਉਹਦੀ ਬਤੀਤ ਹੋ ਗਈ, ਤਾਂ ਅੰਤਿਮ ਸਮੇਂ ਦੇ ਵਿੱਚ ਉਹ ਇੱਕ ਦਿਨ ਆਪਣੇ ਘਰ ਦੇ ਵਿੱਚ ਇਕੱਲਾ ਬੈਠਾ ਹੋਇਆ ਅਤੇ ਆਰਾਮ ਦੇ ਨਾਲ ਬੈਠਾ ਹੋਇਆ, ਅਤੇ ਆਪਣੇ ਸਾਰੇ ਪਰਿਵਾਰ ਨੂੰ ਕੋਲ ਸੱਦ ਕੇ ਆਖਦਾ ਹੈ, ਕਹਿੰਦਾ ਕਿ ਮੰਨ ਲਵੋ ਜੇ ਮੈਨੂੰ ਕਹਿੰਦਾ 100 ਸਾਲ ਜਿਉਣ ਦੀ ਕਾਮਨਾ ਹੈ, ਵਰਤਮਾਨ ਮੇਰੀ ਉਮਰ 80 ਕੁ ਸਾਲ ਦੀ ਹੈ, ਤਾਂ ਮੈਨੂੰ ਲੱਗਦਾ ਕਿ ਛੇਤੀ ਹੀ ਮੇਰਾ ਜੀਵਨ ਬਿਨਸ ਜਾਏਗਾ, ਮੈਂ 100 ਸਾਲ ਦੀ ਆਪਣੀ ਇੱਛਾ ਨਹੀਂ ਪੂਰੀ ਕਰ ਸਕਾਂਗਾ। ਤੁਸੀਂ ਕੋਈ ਉਦਮ ਕਰੋ, 5-5 ਸਾਲ ਪਾ ਕੇ ਮੈਨੂੰ 100 ਸਾਲ ਦੀ ਆਜੂ ਪੂਰੀ ਕਰ ਦਿਓ, ਮੇਰੀ ਇੱਛਾ ਪੂਰੀ ਕਰ ਦਿਓ। ਮੇਰੀ 100 ਸਾਲ ਦੀ ਇੱਛਾ ਹੈ ਜਿਉਣ ਦੀ, ਜੇ ਤੁਸੀਂ ਸਾਰੇ ਪਰਿਵਾਰ ਦੇ 10-12 ਜੀਓ 2-2 ਸਾਲ ਵੀ ਦਿਓ ਤਾਂ ਮੈਨੂੰ 20 ਸਾਲ ਮਿਲ ਜਾਣਗੇ, ਮੇਰੀ 100 ਸਾਲ ਦੀ ਆਜੂ ਪੂਰੀ ਹੋ ਜਾਵੇਗੀ। ਪਰਿਵਾਰ ਕਹਿਣ ਲੱਗਾ ਇਹ ਕਿਸ ਤਰ੍ਹਾਂ ਸੰਭਵ ਹੈ, ਅਸੀਂ ਤੇਰੀ ਇੱਛਾ ਨਹੀਂ ਪੂਰੀ ਕਰ ਸਕਦੇ। ਉਹਨੇ ਅੱਗੋਂ ਗੱਲ ਕਹੀ, ਕਹਿੰਦਾ ਜਿਉਂ ਤੋਂ ਮੈਂ ਜਵਾਨ ਹੋਇਆ ਮਰਨ ਤੱਕ ਤੁਹਾਡੀਆਂ ਇੱਛਾ ਪੂਰੀਆਂ ਕੀਤੀਆਂ ਨੇ, ਅਨੇਕਾਂ ਪ੍ਰਪੰਚ ਕੀਤੇ ਨੇ, ਪਰ ਦੇਖ ਲਓ ਤੁਸੀਂ ਮੇਰੀ ਇੱਕ ਇੱਛਾ ਨਹੀਂ ਪੂਰੀ ਕਰ ਸਕੇ। ਤੁਸੀਂ ਇੱਕ ਇੱਛਾ ਵੀ ਮੇਰੀ ਨਹੀਂ ਪੂਰੀ ਕਰ ਸਕੇ। ਚਲੋ 20 ਸਾਲ ਦੀ ਆਜੂ ਤਾਂ ਕੀ ਸਹੀ, ਤੁਸੀਂ ਮੈਨੂੰ ਕੁਝ ਸਵਾਸ ਦੇ ਸਕਿਓ ਜਦੋਂ ਮੈਂ ਸਮਾਪਤ ਹੋਣ ਲੱਗਣ, ਮੈਂ 2-3 ਮਿੰਟ ਜ਼ਿੰਦਗੀ ਹੋਰ ਜਿਉਂ ਲਵਾਂ। ਕਹਿੰਦੇ ਇਹ ਵੀ ਨਹੀਂ ਦੇ ਸਕਦੇ। ਕਹਿੰਦੇ ਘੱਟੋ ਘੱਟ ਫਿਰ ਕਹਿਣ ਲੱਗਾ ਕਿ ਮੇਰੀ ਦੇਹ ਥੋੜ੍ਹੀ ਰੋਗੀ ਰਹਿੰਦੀ ਹੈ, ਆਪਣੀ ਜ਼ਿੰਦਗੀ 'ਚ ਤੰਦਰੁਸਤੀ ਦਾ ਥੋੜ੍ਹਾ ਹਿੱਸਾ ਮੈਨੂੰ ਦਿਓ, ਸ਼ਾਇਦ ਮੇਰੀ ਜਿਹੜੀ ਸਿਹਤ ਹੈ ਉਹ ਸਾਜ਼ਗਾਰ ਰਹੇ। ਕਹਿੰਦੇ ਇਹ ਵੀ ਨਹੀਂ ਕਰ ਸਕਦੇ। ਫਿਰ ਉਹ ਕਹਿਣ ਲੱਗਾ ਦਰਅਸਲ ਮੈਂ ਸਾਰਾ ਕੁਝ ਤੁਹਾਡੇ ਤੋਂ ਨਹੀਂ ਸੀ ਲੈਣਾ, ਦਰਅਸਲ ਤੁਹਾਨੂੰ ਮੈਂ ਇਹ ਦੱਸਣਾ ਸੀ ਕਿ ਅਸੀਂ ਕਿਸੇ ਦਾ ਕੁਝ ਵੀ ਨਹੀਂ ਪੂਰਾ ਕਰ ਸਕਦੇ, ਬਸ ਉਹ ਅਕਾਲ ਪੁਰਖ ਜਿੰਨਾ ਚਿਰ ਸੰਬੰਧ ਬਣਾਈ ਚੱਲਿਆ ਜਾਂਦਾ ਹੈ ਉਹਨਾਂ ਚਿਰ ਇੱਕ ਦੂਜੇ ਤੋਂ ਪੂਰਤੀ ਬਣਦੀ ਜਾਂਦੀ ਹੈ। ਜਦੋਂ ਉਹ ਸੰਬੰਧਾਂ ਦਾ ਆਪਣਾ ਪ੍ਰਭਾਵ ਟੁੱਟ ਜਾਂਦਾ ਹੈ, ਇਸੇ ਕਰਕੇ ਗੁਰਬਾਣੀ ਚਾਹੁੰਦਾ ਜੋ ਸੰਸਾਰ ਹੈ ਕਿ ਮਿੱਤਰ ਭਾਈ ਦਿਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ, ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਇੱਕ ਅਸੀਂ ਨਾ ਗੁਰਬਾਣੀ ਦੇ ਵਾਕ ਪੜ੍ਹਦੇ ਸੀ ਕਿ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਤਾਂ ਬੜੀ ਵਾਰੀ ਇਹਦੇ ਸ਼ਬਦ ਦੇ ਨਾ ਮੈਂ ਯਤਨ ਕੀਤਾ ਕਿ ਬਹੁਤ ਬਾਰੀਕ ਵਿਆਖਿਆ ਸੰਗਤ ਦੇ ਸਾਹਮਣੇ ਰੱਖਾਂ, ਪਰ ਕਈ ਸੱਜਣ ਐਸੇ ਸੀ ਉਹ ਫਿਰ ਵੀ ਨਹੀਂ ਸੀ ਮੰਨਦੇ। ਅੱਜ ਕੱਲ੍ਹ ਹਾਲਾਤ ਵਾਪਰ ਰਹੇ ਨੇ, ਆਪਣੇ ਆਪ ਹੀ ਸਹਿਮਤ ਹੋ ਗਏ। ਗੁਰਬਾਣੀ ਦਾ ਸੱਚ ਹਰ ਸਮੇਂ ਨਵਾਂ ਰਹਿੰਦਾ ਹੈ। ਵੱਖਰੀ ਗੱਲ ਹੈ ਸਾਡੀ ਬੁੱਧੀ ਅਤੇ ਅਗਿਆਨ ਦੇ ਮੋਹ ਦੇ ਪਏ ਹੋਏ ਪੜਦੇ ਕਈ ਵਾਰੀ ਉਸ ਸੱਚ ਨੂੰ ਪ੍ਰਵਾਨ ਕਰਨ ਤੋਂ ਨਹੀਂ ਅਸੀਂ ਉਹਦਾ ਹੀਆ ਕਰਦੇ। ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ, ਮਤਲਬ ਕਿ ਆ ਬਿਪਤਾ ਦੀ ਬਣੀ ਹੈ, ਪਤਾ ਨਹੀਂ ਮਹੀਨੇ ਦੀ ਹੈ, 2 ਮਹੀਨਿਆਂ ਦੀ ਹੈ ਕਿ ਕਿਤਨੇ ਸਮੇਂ ਦੀ ਹੈ, ਪਰ 60 ਸਾਲਾਂ ਦੇ ਔਰ ਮਾਤਾ ਪੁੱਤਰ ਵਾਲੇ ਸੰਬੰਧ ਤਾਰ ਹੋ ਗਏ। ਮੈਂ ਬਕਾਇਦਾ ਕਿਤੇ ਸੁਣਿਆ ਤਾਂ ਉਹ ਕਹਿਣ ਲੱਗਾ ਜੀ ਤੁਹਾਡੇ ਪਿਤਾ ਜੀ ਦਾ ਨਿਧਨ ਮਾਤਾ ਜੀ ਦਾ ਨਿਧਨ ਹੋ ਗਿਆ ਹੈ, ਤਾਂ ਉਹ ਕਹਿਣ ਲੱਗਾ ਜੀ ਅਸੀਂ ਨਹੀਂ ਕਰ ਸਕਦੇ, ਤੁਸੀਂ ਜੋ ਮਰਜ਼ੀ ਕਰ ਲਓ। ਇਹਦਾ ਜਿਹੜਾ ਸੰਸਾਰ ਤੁਹਾਡੀ ਜੀਵਨ ਦੀ ਉਸ ਕਿਰਿਆ ਦੇ ਵਿੱਚ ਪੂਰਾ ਨਹੀਂ ਪੁੱਗ ਸਕਦਾ, ਉਹਦੇ ਕੁੱਲ ਜੀਵਨ ਦਾ ਮਾਣ ਤੁਸੀਂ ਕਿਸ ਆਧਾਰ 'ਤੇ ਚੱਕੀ ਫਿਰਦੇ? ਅਸੀਂ ਕੁੱਲ ਸਾਰੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਗ ਸਨੇਹੰ ਬਨਿਤਾ, ਕਿ ਜਿਹੜਾ ਇਸਤਰੀ ਦਾ ਮੋਹ ਹੈ, ਜੇ ਇਸੇ ਕਰਕੇ ਹੀ। ਔਰ ਦੂਜੀ ਗੱਲ, ਹੁਣ ਬਹੁਤ ਵਾਰੀ ਮਤਲਬ ਇਹ ਥੋੜ੍ਹੀ ਨਿੱਜੀ ਗੱਲ ਹੋ ਜਾਂਦੀ ਹੈ, ਬੜੀ ਐਸਿਆਂ ਨੇ ਹਵਾਲੇ ਦਿੱਤੇ ਨੇ ਕਿ ਅਜੇ ਮੈਨੂੰ ਬਹੁਤ ਨਿੱਜੀ ਗੱਲ ਹੋ ਜਾਂਦੀ ਹੈ, ਕਹਿਣ ਤੋਂ ਝਿਜਕ ਆਉਂਦੀ ਹੈ। ਬਹੁਤ ਵਾਰੀ ਇਸ ਤਰ੍ਹਾਂ ਮਿਲਦੇ ਨੇ ਕਿ ਅਜੇ ਬਾਕੀ ਮਾਤਾ ਪਿਤਾ ਤਾਂ ਚਲੋ ਸਹਿਮਤ ਹੋ ਗਏ ਨੇ, ਔਲਾਦ ਵੀ ਸਹਿਮਤ ਹੋ ਗਈ ਹੈ, ਅਜੇ ਪਤਨੀ ਸਹਿਮਤ ਨਹੀਂ ਹੈ। ਕਈ ਅੰਮ੍ਰਿਤਪਾਨ ਕਰਨ ਲੱਗਿਆ ਗੁਰਸਿੱਖਾਂ ਨੇ ਕਿਹਾ ਪਤਨੀ ਕਹਿੰਦੀ ਤੁਸੀਂ ਠੀਕ ਨਹੀਂ ਲੱਗੋਗੇ ਅਗਰ ਗਾਤਰਾ ਉੱਪਰ ਦੀ ਪਾ ਲਿਆ ਤੁਸੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਗ ਸਨੇਹੰ ਬਨਿਤਾ, ਉਹ ਸਾਰੇ ਕਰਮ ਸਤ ਰੁਚਿਤ ਹਨ। ਇਸਤਰੀ ਦਾ ਮੋਹ ਵੀ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਨਿਤਾ ਬਿਲਾਸ ਸੁਤ, ਇਸਤਰੀ ਦੇ ਮੋਹ ਤੋਂ ਇਲਾਵਾ ਸੁੱਤ ਧੀਆਂ ਪੁੱਤਰਾਂ ਆਦਿਕ ਦਾ। ਔਰ ਅੱਜ ਦਾ ਕਿ ਬਾਕਾਇਦਾ ਪਿਛਲੇ ਸਮੇਂ 'ਚ ਇੱਕ ਜਾਪਾਨ ਦੇ ਨਾ ਇੱਕ ਨਾਵਲਕਾਰ ਨੇ ਨਾਵਲ ਲਿਖੀ, ਉਹਨੂੰ ਨੋਬਲ ਪੁਰਸਕਾਰ ਮਿਲਿਆ। ਮੈਂ ਯਤਨ ਕੀਤਾ ਪੜ੍ਹਿਆ ਜਾਵੇ ਵੀ ਇਹਨੇ ਕੀ ਵੱਡੀ ਗੱਲ ਲਿਖ ਦਿੱਤੀ ਜਿਹਦੇ ਕਰਕੇ ਨੋਬਲ ਪੁਰਸਕਾਰ ਮਿਲਿਆ। ਉਹਦਾ ਨਾਵਲ ਬਾਕਾਇਦਾ ਮੰਗਵਾ ਕੇ ਪੜ੍ਹਿਆ। ਬਸ ਗੱਲ ਤੱਤਸਾਰ ਉਹਨੇ ਇਹ ਲਿਖੀ ਕਿ ਅੱਜ ਖੁਦ ਗਰਜੀ 'ਚ ਵਰਤਮਾਨ 21ਵੀਂ ਸਦੀ ਸਾਇੰਸ ਦੀ ਨਹੀਂ, ਟੈਕਨੋਲੋਜੀ ਦੀ ਨਹੀਂ, ਵਿਗਿਆਨ ਦੀ ਨਹੀਂ, 21ਵੀਂ ਸਦੀ ਦਾ ਕਹਿੰਦਾ ਜਿਹੜੀ 21ਵੀਂ ਸਦੀ ਹੈ
ਇਹ ਖੁਦਗਰਜੀ ਦੀ ਹੈ, ਨਿੱਜ ਪ੍ਰਸਤੀ ਦੀ ਹੈ, ਸਵਾਰਥ ਦੀ ਹੈ। ਅਤੇ ਇਹ ਹਰੇਕ ਬੰਦੇ 'ਤੇ ਇੰਨਾ ਭਾਰੂ ਹੈ ਕਿ ਇਨਸਾਨ ਦੀਆਂ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਨੇ, ਉਹਦੀਆਂ ਸੂਖਮ ਭਾਵਨਾਵਾਂ ਨੇ, ਉਹਦੀ ਇਸ ਜ਼ਮਾਨੇ ਦੇ ਵਿੱਚ ਕੋਈ ਕਦਰ ਨਹੀਂ ਰਹਿ ਗਈ। ਇਸ ਗੱਲ ਤੇ ਉਹਨੇ ਨਾਵਲ ਲਿਖਿਆ ਹੋਇਆ ਅਤੇ ਉਹਨੂੰ ਨੋਬਲ ਪੁਰਸਕਾਰ ਮਿਲਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਨਤਾ ਬਿਲਾਸ ਸੁਤਹ। ਔਰ ਦੂਜੀ ਗੱਲ, ਹੁਣ ਸਤ ਸੰਗਤ ਕੀ ਕਰਦੀ ਹੈ? ਸਤ ਸੰਗਤ ਸਾਡੇ ਹਿੱਤਾਂ ਨੂੰ ਉਚੇਰਾ ਕਰਦੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਿਤਨਾ ਮੈਂ ਗਿਆਨ ਅਰਜਿਤ ਕੀਤਾ, ਜੇ ਮੈਂ ਇਸ ਮਾਰਗ ਵੱਲ ਨਾ ਹੋਵਾਂ ਤਾਂ ਉਹ ਗਿਆਨ ਮੇਰੇ ਇਕੱਲੇ ਦਾ ਹੀ ਅਹੰਕਾਰ ਜਾਂ ਉਹ ਧਨ ਬਣ ਕੇ ਰਹਿ ਜੇ। ਪਰ ਜਦੋਂ ਇਹ ਸਤ ਸੰਗਤ ਦੀ ਸੇਵਾ ਵਿੱਚ ਲੱਗ ਗਿਆ, ਇਹ ਅਨੇਕਾਂ ਦੇ ਕੰਮ ਆ ਰਿਹਾ। ਸਾਡੀ ਸੰਪत्ति ਹੈ ਜਿਹੜੀ ਕੇਵਲ ਪਰਿਵਾਰ ਤੱਕ ਸੀਮਤ ਰਹਿੰਦੀ ਹੈ, ਜਦੋਂ ਉਹ ਗੁਰੂ ਦੁਆਰ ਆ ਕੇ ਭੇਟਾ ਹੋ ਜਾਂਦੀ ਹੈ, ਉਹ ਕਈਆਂ ਦੇ ਜੀਵਨ ਦੇ ਲਈ ਲੋੜ ਪੂਰੀ ਕਰਨ ਵਾਲੀ ਹੋ ਜਾਂਦੀ ਹੈ। ਅਨੇਕਾਂ ਮਜਲਸਾਂ ਜੁੜਦੀਆਂ ਨੇ, ਪਰ ਸਤ ਸੰਗਤ ਰੂਪ ਵਿੱਚ ਜੁੜਨ ਵਾਲੀ ਮਜਲਸ ਪਤਾ ਨਹੀਂ ਕਿਤਨਿਆਂ ਨੂੰ ਰੂਹਾਨੀ ਆਤਮਿਕ ਮਾਨਸਿਕ ਸ਼ਾਂਤੀ ਦਿੰਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਗ ਸਨੇਹੰ ਗਿਰਹਾਰਥ ਕਹਿ। ਅਤੇ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਗ੍ਰਸਤ ਦੇ ਪਦਾਰਥਾਂ ਦੇ ਨਾਲ, ਘਰ ਆਦਿਕ ਦੇ ਨਾਲ ਮੋਹ ਬਣਿਆ ਰਹਿਣਾ, ਇਹਦਾ ਹੀ ਆਕਰਸ਼ਣ ਬਣਿਆ ਰਹਿਣਾ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਦੁਖਦਾਈ ਹੈ। ਇਹ ਵੀ ਮਨੁੱਖ ਨੂੰ ਤ੍ਰਿਕਾਰਨਯੋਗ ਹੈ। ਗੁਰਬਾਣੀ 'ਚ ਇੱਕ ਵਾਕ ਹੈ, ਖਸਮ ਮਰੈ ਤਉ ਨਾਰ ਨ ਰੋਵੈ, ਉਸ ਰਖਵਾਰਾ ਔਰੋ ਹੋਵੈ, ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕੀਹਾ ਭੋਗ ਬਿਲਾਸ। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਬਹੁਤ ਵੱਡਾ ਮਕਾਨ ਖੜਾ ਕੀਤਾ ਆਲੀਸ਼ਾਨ, ਬਹੁਤ ਵੱਡੀ ਸੰਪत्ति ਇਕੱਠੀ ਕੀਤੀ, ਬਹੁਤ ਵੱਡੇ ਰਿਸ਼ਤੇਦਾਰ, ਬੜੇ ਵੱਡੇ ਪ੍ਰਤਿਭਾਵਾਨ, ਨਿਸ਼ਠਾਵਾਨ ਜਾਂ ਉੱਚ ਅਹੁਦਿਆਂ ਵਾਲਿਆਂ ਦੇ ਨਾਲ ਸੰਬੰਧ ਬਣਾਏ। ਪਰ ਭਗਤ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਦੋਂ ਮਾਲਕ ਮਰ ਗਿਆ, ਉਦੋਂ ਨਾ ਮਕਾਨ ਰੋਂਦਾ ਹੈ, ਨਾ ਸੰਪत्ति ਰੋਂਦੀ। ਉਹਨੂੰ ਪਤਾ ਹੈ ਕਿ ਮੈਨੂੰ ਨਵਾਂ ਰਖਵਾਲਾ ਮਿਲ ਜਾਣਾ ਹੈ। ਹੁਣ ਇਸੇ ਪ੍ਰਕਾਰ ਹੁਣ ਇਹ ਦੋ ਸਲੋਕਾਂ ਦਾ ਜੇ ਸੰਕੁਚਿਤ ਜਿਹਾ ਭਾਵ ਦੱਖਣਾ ਹੋਵੇ ਤਾਂ ਇਹਦਾ ਮਤਲਬ ਹੈ ਕਿ ਹੁਣ ਇਹ ਨਹੀਂ ਕਿ ਇਹਨਾਂ ਸਾਰਿਆਂ ਤੋਂ ਛੱਡ ਕੇ ਉਪਰਾਮ ਹੋ ਜਾਣਾ ਅਤੇ ਕਹਿਣਾ ਜੀ ਜੇ ਇਹ ਤਾਂ ਸਭ ਕੁਝ ਨਹੀਂ ਹੈ। ਦਰਅਸਲ ਇਹ ਜੀਵਨ ਜਿਉਣ ਦੀ ਜੁਗਤ ਹੈ। ਹੁਣ ਜਿਵੇਂ ਇੱਕ ਪਾਸੇ ਸ਼ਰਾਬ ਵਰਗੇ ਨਸ਼ੇ ਦਾ ਸੇਵਨ ਹੈ, ਨਸ਼ੇ ਦਾ ਸੇਵਨ ਤਾਂ ਹੈਗਾ ਹੈ, ਉਹਦੇ ਤੋਂ ਕਈ ਕੁਝ ਹੈ, ਪਰ ਉਹਦੇ ਨਾਲ ਬਾਕਾਇਦਾ ਸਾਵਧਾਨੀ ਵੀ ਲਿਖੀ ਹੁੰਦੀ ਹੈ, ਸਿਹਤ ਲਈ ਹਾਨੀਕਾਰਕ ਹੈ। ਪਰਿਵਾਰ, ਸਮਾਜ, ਪਦਾਰਥ ਜ਼ਿੰਦਗੀ ਦੀ ਲੋੜ ਹੈ, ਪਰ ਇਹਦਾ ਸੀਮਾ ਤੋਂ ਵਧਿਆ ਹੋਇਆ ਮੋਹ, ਸੀਮਾ ਤੋਂ ਵਧਿਆ ਹੋਇਆ ਇਹਦਾ ਜ਼ਿੰਦਗੀ ਦੇ ਵਿੱਚ ਪ੍ਰਭਾਵ ਆਤਮਿਕ ਜੀਵਨ ਦੇ ਲਈ ਘਾਤਕ ਵੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤ੍ਰਿਗ ਸਨੇਹੰ ਗਿਰਹਾਰਥ ਕਹਿ। ਅਤੇ ਇਸੇ ਪ੍ਰਕਾਰ ਔਰ ਦੂਜੀ ਗੱਲ, ਹੁਣ ਗੁਰੂ ਸਾਹਿਬ ਜੀ ਨੇ ਇਹ ਤੀਜੀ ਪੰਕਤੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਉਂ ਜੋ ਜੀਵਨ ਸਿਮਟਦਾ ਹੈ, ਚੀਜ਼ਾਂ ਦੇ ਨਾਲ ਮੋਹ ਜ਼ਿਆਦਾ ਤੀਬਰ ਹੋ ਜਾਂਦਾ ਹੈ, ਪਦਾਰਥਾਂ ਦੇ ਨਾਲ ਮਨੁੱਖ ਜ਼ਿਆਦਾ ਡੂੰਘਾ ਜੁੜ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਤ੍ਰਿਗ ਸਨੇਹੰ ਗਿਰਹਾਰਥ ਕਹਿ ਕਿ ਗ੍ਰਹਿ ਦੇ ਤੌਰ 'ਤੇ ਸੰਬੰਧ ਜਿਹੜੇ ਬਣੇ ਹਨ ਅਰਥ ਕਰਕੇ, ਉਹ ਸਾਰੇ ਵੀ ਕਿੱਥੋਂ ਕੁ ਤੱਕ ਦੇ ਹਨ। ਹੁਣ ਦੇਖਣ 'ਚ ਆਉਂਦਾ ਹੈ ਬੰਦੇ ਨੂੰ ਜਵਾਨੀ ਦੇ ਵਿੱਚ ਮੌਤ ਦਾ ਭੈ ਨਹੀਂ ਸਤਾਉਂਦਾ। ਬਹੁਤ ਕੋਈ ਨੌਜਵਾਨ ਜਿੰਨੇ ਮਰਜ਼ੀ ਪੁੱਛ ਲਓ ਮੌਤ ਦੀ ਗੱਲ, ਉਹ ਬੜੇ ਹੁਲਾਸ ਜਿਹਦੇ ਵਿੱਚ ਆ ਕੇ ਕਰਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਕਰਕੇ ਜਦੋਂ ਮੌਤ ਦਾ ਭੈ ਨਹੀਂ ਹੈਗਾ, ਫਿਰ ਸਤ ਸੰਗਤ ਵਿੱਚ ਵੀ ਆਉਣਾ ਕਾਹਦੇ ਲਈ, ਕਿਉਂਕਿ ਮੌਤ ਦਾ ਭੈ ਹੀ ਨਹੀਂ ਵਿਆਪ ਰਿਹਾ। ਫਿਰ ਦੇਖਣ 'ਚ ਆਉਂਦਾ ਹੈ ਕਿ ਵਡੇਰੀ ਉਮਰ ਦੇ ਸਤਸੰਗੀ ਹੁੰਦੇ ਨੇ, ਕਿਉਂ ਥੋੜ੍ਹਾ ਮੌਤ ਦਾ ਭੈ ਸਤਾਉਣ ਲੱਗ ਪਿਆ। ਅਤੇ ਹੁਣ ਇਸ ਭੈ ਤੋਂ ਛੁੱਟਣ ਦਾ ਦੂਜਾ ਕੋਈ ਸਾਧਨ ਵੀ ਨਹੀਂ ਲੱਭਦਾ, ਫਿਰ ਸਤ ਸੰਗਤ ਵੱਲ ਰੁਚਿਤ ਹੋਇਆ ਜਾਂਦਾ ਹੈ। ਤਾਂ ਗੱਲ ਤਾਂ ਇਹ ਭੈ ਤਾਂ ਉਦੋਂ ਵੀ ਓਨਾ ਜਿੰਨਾ ਜਵਾਨੀ 'ਚ ਹੈ, ਓਨਾ ਹੀ ਉਹ ਹੈ ਜਿੰਨਾ ਬੁਢਾਪੇ ਦੇ ਵਿੱਚ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ, ਨਾਨਕ ਜੇ ਸਤ ਸੰਗਤ ਦੇ ਨਾਲ, ਸਾਧ ਸੰਗ ਦੇ ਨਾਲ ਪ੍ਰੀਤ ਪਾ ਲਈ ਜਾਵੇ। ਸਾਧ ਸੰਗ ਦਾ ਪ੍ਰੀਤ ਭਾਵ ਕਿ ਹੋਰ ਵੀ ਸਤਸੰਗੀ ਨੇ, ਮਤਲਬ ਸਾਧ ਸੰਗਤ ਦੀ ਪ੍ਰੇਰਣਾ ਦੀ ਗੱਲ ਕਰਦਾ ਕਿ ਦੇਖੇ ਸਿਆਣੇ ਵਿਦਵਾਨਾਂ ਦਾ ਕਥਨ ਹੈ ਕਿ ਜਦੋਂ ਧਰਮ ਦੇਖਣਾ ਹੋਵੇ ਆਪਣੇ ਤੋਂ ਅੱਗੇ ਦਾ ਦੇਖੋ, ਜਦੋਂ ਧਨ ਦੇਖਣਾ ਹੋਵੇ ਆਪਣੇ ਤੋਂ ਮਗਰਲੇ ਦਾ ਦੇਖੋ। ਧਰਮ ਦੇਖਣ ਦਾ ਭਾਵ ਕਿ ਇਹ ਦੇਖੋ, ਇਹ ਨਾ ਦੇਖੋ ਕਿ ਮੈਂ ਗੁਰੂ ਘਰ ਆਉਣਾ, ਦੇਖੋ ਕਿ ਜਿਹੜਾ ਮੇਰੇ ਨੇੜੇ ਹੈ, ਮੈਂ 10 ਦਿਨ ਆਉਣਾ, 20 ਦਿਨ ਆਉਂਦਾ, ਮੇਰੀ ਇੱਕ ਟਾਈਮ ਦੀ ਹਾਜ਼ਰੀ, ਇਹਦੀ 2 ਟਾਈਮ ਦੀ ਹਾਜ਼ਰੀ ਹੈ। ਮੈਂ ਕੇਵਲ ਬਾਣੀ ਕਥਾ ਵਿਚਾਰ ਸ਼ਰਵਣ ਕਰਦਾ, ਬਾਣੀ ਪੜ੍ਹਦਾ, ਵਿਚਾਰਦਾ, ਹੋਰ ਕੰਮ ਮਤਲਬ ਜਿਹੜਾ ਤੁਹਾਡੇ ਤੋਂ ਅੱਗੇ ਉਹਨੂੰ ਮੰਨੋ। ਉਹਦੇ ਨਾਲ ਕੀ ਫਾਇਦਾ ਹੋਏਗਾ? ਇੱਕ ਤਾਂ ਪ੍ਰੇਰਣਾ ਬਣੇਗੀ, ਇੱਕ ਜਿਹੜਾ ਥੋੜ੍ਹਾ ਬਹੁਤਾ ਆਪ ਕਰਮ ਕਰਕੇ ਹਉਮੈ ਬਣ ਕੇ ਉਹਦੇ ਤੋਂ ਛੁੱਟ ਜਾਵਾਂਗੇ, ਕਿਉਂਕਿ ਪਤਾ ਲੱਗੇਗਾ ਉਹ ਸਾਡੇ ਤੋਂ ਅੱਗੇ ਹੈ। ਹੁਣ ਧਨ ਜਦੋਂ ਦੇਖਾਂਗੇ ਕਿ ਆਮ ਕਰਕੇ ਬਹੁਤ ਅਮੀਰ ਬੰਦਾ ਵੀ ਇਸ ਤ੍ਰਿਸ਼ਨਾ ਦੇ ਵਿੱਚ ਹੁੰਦਾ ਹੈ,
ਤਾਂ ਮਗਰਲੇ ਦਾ ਧਨ ਦੇਖੇਗਾ ਕਿ ਮੇਰੀ 1 ਲੱਖ ਦੇ ਵਿੱਚ ਲੋੜ ਦੀ ਪੂਰਤੀ ਨਹੀਂ ਹੋ ਰਹੀ, ਇਹਦੀ 10,000 ਦੇ ਵਿੱਚ ਹੋ ਰਹੀ ਹੈ। ਮੈਨੂੰ ਆਪਣੇ ਵਿਦਿਅਕ ਜੀਵਨ ਦਾ ਯਾਦ ਚੇਤੇ ਹੈ। ਸਾਡੇ ਪ੍ਰੋਫੈਸਰ ਸਾਹਿਬ ਇੱਕ ਵਾਰੀ ਕਹਿਣ ਲੱਗੇ, ਕਹਿੰਦੇ ਜ਼ਿੰਦਗੀ ਜਿਉਣੀ ਹੋਵੇ ਤਾਂ ਛਾਟੇ ਦੀ ਤਰਫ ਨੂੰ ਚੱਲ ਜਾਣਾ ਚਾਹੀਦਾ, ਉੱਥੇ ਵੀ ਕਹਿੰਦਾ ਬੜਾ ਗਿਆਨ ਪਿਆ ਹੋਇਆ ਹੈ। ਮੈਂ ਕਿਹਾ ਜੀ ਕਿਸ ਤਰ੍ਹਾਂ? ਕਹਿਣ ਲੱਗੇ, ਇੱਕ ਦਿਨ ਮੈਂ ਸੈਰ ਕਰਦਾ ਉੱਧਰ ਨੂੰ ਨਿਕਲ ਰਿਹਾ ਸੀ, ਸ਼ਾਮ ਨੂੰ ਕੋਈ ਮਜ਼ਦੂਰ ਫੈਕਟਰੀ 'ਚੋਂ ਨਿਕਲ ਆਏ ਤਾਂ ਮੈਨੂੰ ਲੱਗਿਆ ਕਿ ਇੱਕ ਨੂੰ ਰੋਕ ਕੇ ਪੁੱਛਿਆ ਜਾਵੇ। ਮੈਂ ਰੋਕ ਕੇ ਪੁੱਛਿਆ, ਕਿਤਨੀ ਕੁ ਤੇਰੀ ਤਨਖਾਹ ਹੈ? ਕਹਿਣ ਲੱਗਾ ਜੀ 6,000 ਦੇ ਕਰੀਬ ਹੈ, ਅਤੇ ਕੁਝ 500 ਕੁ ਰੁਪਈਆ ਮੈਡੀਕਲ ਨੁਕਤੇ ਤੋਂ ਕੱਟ ਲੈਂਦੇ ਨੇ, 5500 ਮਿਲਦਾ ਹੈ। ਕਹਿੰਦਾ ਬੱਚੇ, ਕਹਿੰਦਾ 3-4 ਨੇ। ਕਹਿੰਦਾ ਵਧੀਆ ਚੱਲੀ ਜਾ ਰਿਹਾ? ਕਹਿੰਦਾ ਹਾਂਜੀ ਬਹੁਤ ਵਧੀਆ ਚੱਲੀ ਜਾ ਰਿਹਾ। ਤਾਂ ਕਹਿੰਦੇ ਮੈਂ ਉਹਦੀ ਇਵਜ਼ ਦੇ ਸਾਹਮਣੇ ਆਪਣੇ ਆਪ ਨੂੰ ਵਾਚਿਆ ਕਿ ਇਹ 6,000 ਦੇ ਵਿੱਚ ਵੀ ਸਬਰ ਸੰਤੋਖ ਦਾ ਧਾਰਨੀ ਹੈ ਅਤੇ ਕੋਈ ਬਹੁਤੀ ਨਿਰਾਸ਼ਾ ਨਹੀਂ ਇਹਦੀ ਜ਼ਿੰਦਗੀ 'ਚ। ਮੈਂ 1,30,000 ਲੈਣ ਵਾਲਾ ਪਰਿਵਾਰ ਦੀਆਂ ਸ਼ਿਕਾਇਤਾਂ ਦੇ ਨਾਲ ਭਰਿਆ ਪਿਆ। ਔਲਾਦ ਕਹਿੰਦੀ ਸਾਡੇ ਲਈ ਕੀਤਾ ਹੀ ਕੀ ਹੈ, ਪਤਨੀ ਕਹਿੰਦੀ ਮੇਰੀਆਂ ਲੋੜਾਂ ਹੀ ਨਹੀਂ ਪੂਰੀਆਂ ਕਰ ਸਕੇ। ਕਹਿੰਦਾ ਮੈਂ ਹੈਰਾਨ ਹਾਂ, 6,000 ਵਾਲਾ ਰਹਿੰਦਾ ਚੰਗਾ ਸੀ, 1,30,000 ਵਾਲਾ ਹੋ ਕੇ ਵੀ ਕੀ ਕੀਤਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਸਾਧ ਸੰਗ ਸਨੇਹ। ਕਈ ਵਾਰੀ ਹੁਣ ਮੈਂ ਕਿਸੇ ਦਿਨ ਇੱਕ ਦਿਨ ਪ੍ਰਮਾਣ ਦੇਖਿਆ, ਇੱਕ ਪਿਤਾ ਰੋ ਰਿਹਾ ਸੀ ਕਿ ਮੇਰੀ ਕਰੋੜ ਰੁਪਏ ਦੀ ਸੰਪੱਤੀ ਛੱਡ ਕੇ ਬੇਟਾ ਵਿਦੇਸ਼ ਹੈ, ਮੇਰੀ ਬਾਤ ਨਹੀਂ ਪੁੱਛਦਾ। ਤਾਂ ਮੈਂ ਦੇਖਿਆ ਕਿ ਅਜੇ ਵੀ ਸੰਸਾਰ 'ਚ ਖੁੱਭਿਆ ਵੀ ਘੱਟੋ ਘੱਟ ਕਰੋੜ ਰੁਪਏ ਦੀ ਸੰਪੱਤੀ, ਉਹਦੇ ਵਿੱਚੋਂ ਜੇ ਤੂੰ 1 ਲੱਖ ਦੀ ਵੀ ਦਾਨ ਕਰੇ ਤਾਂ ਪਤਾ ਨਹੀਂ ਕਿੰਨਿਆਂ ਲੋੜਵੰਦਾਂ ਦੀ ਅਸੀਸ ਮਿਲੇਗੀ, ਜਿਹੜੀ ਤੇਰੀ ਆਤਮਾ ਦਾ ਸਕੂਨ ਬਣੇਗੀ ਅਤੇ ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਪਰ ਨਹੀਂ, ਸੰਸਾਰ ਦੇ ਤਲ 'ਤੇ, ਪਦਾਰਥ ਦੇ ਤਲ 'ਤੇ ਹੀ ਜਿਉਣਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗ ਸਨੇਹ। ਇਸ ਕਰਕੇ ਸਤ ਸੰਗਤ ਵਿੱਚ ਇਸ ਤਰੀਕੇ ਤੋਂ ਨਹੀਂ ਆਉਣਾ ਚਾਹੀਦਾ ਕਿ ਜੀ ਅਸੀਂ ਸਿੱਖਾਂ ਤਾਂ ਜਾ ਰਹੇ ਹਾਂ। ਸਤ ਸੰਗਤ ਦੇ ਵਿੱਚ ਪ੍ਰੀਤ ਦੇ ਨੁਕਤੇ ਤੋਂ ਆਉਣਾ ਚਾਹੀਦਾ ਕਿ ਉੱਥੇ ਜਾਵਾਂਗੇ ਤਾਂ ਜਿਵੇਂ ਕਰ ਲਓ, ਇਸ਼ਨਾਨ ਕਰਨ ਤੋਂ ਬਾਅਦ ਬੰਦਾ ਸਾਫ਼ ਹੋ ਜਾਂਦਾ ਹੈ, ਇਉਂ ਸਮਝ ਲਓ ਕਿ ਸਤ ਸੰਗਤ ਵਿੱਚ ਬਹਿਣ ਤੋਂ ਬਾਅਦ ਅਸੀਂ ਥੋੜ੍ਹੇ ਬਹੁਤੇ ਉੱਜਲ ਹੋ ਜਾਵਾਂਗੇ, ਥੋੜ੍ਹੀ ਬਹੁਤੀ ਮਤ ਨਿਰਮਲ ਹੋਏਗੀ, ਜੀਵਨ ਉੱਚਾ ਉੱਠੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਤਿਅੰ, ਸਾਧ ਸੰਗਤ ਦੇ ਨਾਲ ਕੀਤਾ ਹੋਇਆ ਪ੍ਰੀਤ ਸਨੇਹ ਹੀ ਚੰਗਾ ਹੈ। ਕਿਉਂਕਿ ਇਹ ਸਾਨੂੰ ਮਾਇਆ ਦੀਆਂ ਸੀਮਾਵਾਂ ਤੋਂ ਉੱਪਰ ਉਠਾਉਂਦਾ ਹੈ। ਸਾਨੂੰ ਦੂਜੇ ਦੇ ਹਿੱਤ, ਦੂਜੇ ਦਾ ਦਰਦ, ਦੂਜੇ ਦੇ ਜੀਵਨ ਦੀ ਉਚਾਈ ਦੇਖਣੀ ਆਉਂਦੀ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੁਖਯੰ ਬਸੰਤ ਨਾਨਕ ਹੈ। ਅਤੇ ਜਿਹੜੇ ਸਾਧ ਸੰਗਤ ਵਿੱਚ ਜੁੜ ਕੇ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਨਿਤਾ ਪ੍ਰਤੀ ਪ੍ਰੀਤ ਨਾਲ ਜੁੜ ਕੇ ਸਾਧਨਾ ਕਰਦੇ ਹਨ, ਉਹਨਾਂ ਨੂੰ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ। ਉਹਦੀ ਤੁਲਨਾ ਦੇ ਵਿੱਚ ਪਰਿਵਾਰ ਦਾ, ਹੋਰ ਸਾਰਿਆਂ ਦਾ ਸਨੇਹ ਜਿਹੜਾ ਹੈ ਉਹ ਹੁੰਦਾ ਤਾਂ ਚਲੋ ਪ੍ਰਸੰਗਿਕ ਹੀ ਹੈ, ਪਰ ਉਹਦੇ ਸਾਹਮਣੇ ਤੁੱਛ ਰਹਿ ਜਾਂਦਾ ਹੈ। ਇਸ ਪ੍ਰਕਾਰ ਪਹਿਲੇ 2 ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸੰਸਾਰਕ ਸੰਬੰਧਾਂ ਦੀ, ਸੰਸਾਰਕ ਜਿਤਨੇ ਸਾਡੇ ਤਾਣੇ ਪੇਟੇ ਦੇ ਸੰਬੰਧ ਬਣਦੇ ਨੇ, ਉਹਨਾਂ ਸਾਰਿਆਂ ਦੀ ਅਧਿਆਤਮਿਕ ਜੀਵਨ ਦੇ ਵਿੱਚ ਜਿਹੜੀ ਨਿਰਾਰਥਕਤਾ ਹੈ ਜਾਂ ਅਧਿਆਤਮਿਕ ਜੀਵਨ ਦੇ ਵਿੱਚ ਜਿਹੜੀ ਉਹ ਮੁਸ਼ਕਿਲ ਪੈਦਾ ਕਰਦੇ ਹਨ, ਉਹਦੇ ਤੋਂ ਸੁਚੇਤ ਕਰਦਿਆਂ ਹੋਇਆਂ ਸਤਸੰਗੀ ਕਰਮ, ਨਿਰਮਲ ਕਰਮ ਕਰਨ ਦਾ ਆਛਾ ਭਾਵ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਦੀ ਕਿਰਪਾ ਕਰਨ ਪਾਵਨ 2 ਸ਼ਲੋਕਾਂ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੀ ਨਿਆਈ ਆਪਣੇ ਆਪ ਨੂੰ ਅਲਿਪਤ ਕਰਕੇ, ਸਤ ਸੰਗਤ ਦੀ ਪ੍ਰੀਤ ਗੂੜੀ ਕਰਕੇ, ਗੁਰੂ ਚਰਨਾਂ ਦੀ ਪ੍ਰਤੀਤ ਨੂੰ ਹਿਰਦੇ ਦੇ ਵਿੱਚ ਕਮਾ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।